सत श्री अकाल जी सारिਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ। ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਹਿਸਟਰੀ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਸੀ ਜਿਸ ਦੇ ਵਿੱਚ ਅਸੀਂ ਪ੍ਰੀ ਹਿਸਟਰੀ ਦੀ ਗੱਲ ਕੀਤੀ ਸੀ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਹਿਸਟਰੀ ਤੇ ਆ ਗਏ ਹਾਂ। ठीक है, तो मनुख जानी कि मैं कल की जी वीडियो कल के पार्ट के ਤੁਹਾਨੂੰ ਇਹ ਕਰਵਾਇਆ ਸੀ कि मनुख की होंद किमें हुई, किमें वो डिवेलप होना शुरू होया, किमें उन्हें सब तो पहला किस चीज़ की खोज की। ठीक है, उस वीडियो तो बाद ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ ਉਸ ਦੇ ਮਨ ਦੇ ਵਿੱਚ ਇੱਕ ਲਾਲਚ ਉੱਭਰਿਆ ਤੇ ਉਸਨੇ ਸਾਡੀ ਭਾਰਤ ਅਤੇ ਪੰਜਾਬ ਦੀ ਧਰਤੀ ਤੇ ਹਮਲੇ ਕੀਤੇ। ਠੀਕ ਹੈ, ਪਹਿਲਾਂ ਅਸੀਂ ਜਾਣ ਲੈਂਦੇ ਹਾਂ ਪ੍ਰੀ ਹਿਸਟਰੀ ਤੇ ਹਿਸਟਰੀ ਦੇ ਵਿੱਚ ਕੀ ਫਰਕ ਆ। ਅਸੀਂ ਪੁਆਇੰਟ ਟੂ ਪੁਆਇੰਟ ਗੱਲ ਕਰਾਂਗੇ ਜਿੰਨਾ ਤੁਹਾਨੂੰ ਪਤਾ ਹੋਣਾ ਜ਼ਰੂਰੀ ਆ। ਠੀਕ ਹੈ, ਕਿਉਂਕਿ ਡਿਟੇਲ ਦੇ ਵਿੱਚ ਅਸੀਂ MCQ ਕਰਾਂਗੇ, ਉਹ ਵਾਲੇ MCQ ਕਰਾਂਗੇ ਜਿਹੜੇ ਕਿ ਗਵਰਨਮੈਂਟ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਆ ਤੇ ਉਹ ਅਸੀਂ ਕਰਾਂਗੇ ਟੌਪਿਕ ਵਾਈਜ਼। ਅੱਜ ਅਸੀਂ ਹਿਸਟਰੀ ਦੀ ਪੁਆਇੰਟ ਟੂ ਪੁਆਇੰਟ ਗੱਲ ਕਰਾਂਗੇ ਕਿ ਕਿਵੇਂ ਸਭ ਤੋਂ ਪਹਿਲਾਂ ਭਾਰਤ ਤੇ ਕਿਹਨਾਂ ਨੇ ਹਮਲਾ ਕੀਤਾ ਜਾਂ ਭਾਰਤ ਤੇ ਸਭ ਤੋਂ ਪਹਿਲਾਂ ਕੀ ਹੋਇਆ, ਇਹ ਅਸੀਂ ਪੁਆਇੰਟ ਟੂ ਪੁਆਇੰਟ ਗੱਲ ਕਰਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਅਸੀਂ ਜਾਣ ਲੈਂਦੇ ਹਾਂ ਹਿਸਟਰੀ ਤੇ ਪ੍ਰੀ ਹਿਸਟਰੀ ਬਾਰੇ। ਪ੍ਰੀ ਹਿਸਟਰੀ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ, ਕੱਲ੍ਹ ਵਾਲੀ ਵੀਡੀਓ ਜ਼ਰੂਰ ਦੇਖ ਲੈਣਾ ਜਿਹੜੇ ਸਟੂਡੈਂਟਸ ਨੇ ਨਹੀਂ ਦੇਖੀ, ਕਿ ਮਨੁੱਖ ਆਪਣੀ ਹੋਂਦ ਦੇ ਲਈ ਕੁਦਰਤ 'ਤੇ ਨਿਰਭਰ ਸੀ ਪ੍ਰੀ ਹਿਸਟਰੀ ਦੇ ਵਿੱਚ ਅਤੇ ਉਸਨੇ ਆਪਣੀਆਂ ਸਿਰਜਣਾਤਮਕ ਕਿਰਿਆਵਾਂ ਲਈ ਪੱਥਰਾਂ ਦਾ ਨਿਰਮਾਣ ਕੀਤਾ। ਇਸ ਕਰਕੇ ਉਸ ਕਾਲ ਨੂੰ ਅਸੀਂ ਪੂਰਵ ਇਤਿਹਾਸ ਪੱਥਰ ਯੁੱਗ ਵੀ ਕਹਿ ਦਿੰਦੇ ਹਾਂ। ਠੀਕ ਹੈ, ਪੂਰਵ ਇਤਿਹਾਸ ਪੱਥਰ ਯੁੱਗ ਸੱਭਿਆਚਾਰ ਕਹਿ ਦਿੰਦੇ ਹਾਂ। ਜੇਕਰ ਅਸੀਂ ਗੱਲ ਕਰੀਏ ਹਿਸਟਰੀ ਦੀ, ਹਿਸਟਰੀ ਉਹ ਹੁੰਦੀ ਆ ਜਿਸ ਦਾ ਸਾਨੂੰ ਲਿਖਤੀ ਵੇਰਵਾ ਮਿਲਦਾ ਵਾ। ਪੂਰਵ ਇਤਿਹਾਸ ਦਾ ਸਾਨੂੰ ਕੋਈ ਲਿਖਤੀ ਵੇਰਵਾ ਨਹੀਂ ਮਿਲਿਆ, ਅਸੀਂ ਸਿਰਫ ਚਿੰਨ੍ਹਾਂ ਤੋਂ ਪਛਾਣਿਆ। ਸਾਡੇ ਜਿਹੜੀਆਂ ਜਿਵੇਂ ਹੜੱਪਾ ਸੱਭਿਅਤਾ ਬਾਰੇ ਤੁਸੀਂ ਪੜ੍ਹਿਆ, ਠੀਕ ਹੈ, ਇਹ ਜਿਹੜੀਆਂ ਸੱਭਿਅਤਾਵਾਂ ਹੋਈਆਂ ਸੀਗੀਆਂ, ਸਿੱਕੇ ਹੋਏ ਸੀ, ਇਹਨਾਂ ਤੋਂ ਅਸੀਂ ਅੰਦਾਜ਼ੇ ਲਗਾਏ ਸੀ ਪੂਰਵ ਇਤਿਹਾਸ ਦੇ। ਤੇ ਪੂਰਵ ਇਤਿਹਾਸ ਆ ਜਿਹੜਾ, ਇਸ ਦੇ ਵਿੱਚ ਕੀ ਸੀਗਾ, ਪੂਰਵ ਇਤਿਹਾਸ ਦੇ ਵਿੱਚ ਸਾਨੂੰ ਸ਼ਿਲਾਲੇਖ ਮਿਲੇ ਸੀ, ਭਵਨ ਮਿਲੇ ਸੀ, ਇਮਾਰਤਾਂ ਮਿਲੀਆਂ, ਸਿੱਕੇ ਮਿਲੇ। ਠੀਕ ਹੈ, ਤੇ ਉਸ ਤੋਂ ਬਾਅਦ ਲਿਖਤੀ ਇਤਿਹਾਸ ਦੇ ਵਿੱਚ ਯਾਨੀ ਕਿ ਹਿਸਟਰੀ ਦੇ ਬਾਰੇ ਸਾਨੂੰ ਵੇਦਾਂ 'ਚੋਂ ਪਤਾ ਲੱਗਿਆ। ਬ੍ਰਾਹਮਣ ਗ੍ਰੰਥ, ਮਹਾਕਾਵ, ਰਮਾਇਣ, ਮਹਾਭਾਰਤ, ਪੁਰਾਣ ਆਦਿ ਇਹ ਸਾਰੇ ਲਿਖਤੀ ਸਰੋਤ ਆ ਜਿਹਨੂੰ ਅਸੀਂ ਹਿਸਟਰੀ ਬੋਲ ਦਿੰਦੇ ਹਾਂ। ਠੀਕ ਹੈ ਜੀ, ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਪ੍ਰੀ ਹਿਸਟਰੀ ਦੇ ਵਿੱਚ ਸਾਨੂੰ ਕੀ ਮਿਲਿਆ ਸੀ। 2 ਮਿੰਟ ਦੀ ਇਹਦੇ ਬਾਰੇ ਗੱਲ ਕਰ ਲੈਂਦੇ ਹਾਂ। ਪ੍ਰੀ ਹਿਸਟਰੀ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਪੁਰਾਤਤਵ ਸਰੋਤ ਮਿਲੇ ਸੀ ਜਿਹੜੇ ਕਿ ਅਭਿਲੇਖ, ਸ਼ਿਲਾਲੇਖ ਮਿਲੇ ਜਿਹਦੇ ਵਿੱਚ। ਠੀਕ ਹੈ, ਇਸ ਨੂੰ ਅਸੀਂ ਕੀ ਬੋਲਦੇ ਹਾਂ, ਇਹਨੂੰ ਅਸੀਂ ਪੱਥਰ ਯੁੱਗ ਬੋਲ ਦਿੰਦੇ ਹਾਂ ਕਿਉਂਕਿ ਇਹ ਜਿਹੜਾ ਮਨੁੱਖ ਆ ਉਸ ਟਾਈਮ ਇਸ ਦਾ ਟਾਰਗੇਟ ਸੀ ਸਿਰਫ ਤੇ ਸਿਰਫ ਸ਼ਿਕਾਰ ਕਰਨਾ। ਸ਼ਿਕਾਰ ਕਰਨ ਦੇ ਲਈ ਹੀ ਉਸਨੇ ਪੱਥਰਾਂ ਤੋਂ ਕਾਂਡਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸੀ। ਇਸ ਕਰਕੇ ਇਸ ਨੂੰ ਅਸੀਂ ਪ੍ਰਾਚੀਨ ਪੱਥਰ ਯੁੱਗ ਵੀ ਬੋਲ ਦਿੰਦੇ ਹਾਂ, ਪੈਲੀਓਥਿਕ ਯੁੱਗ। ਠੀਕ ਹੈ, ਇਹ ਬੋਲ ਦਿੰਦੇ ਹਾਂ। ਉਸ ਤੋਂ ਬਾਅਦ ਸਾਨੂੰ ਇਮਾਰਤਾਂ ਮਿਲੀਆਂ, ਠੀਕ ਹੈ, ਜਿਸ ਦੇ ਵਿੱਚ ਸਾਨੂੰ ਮੰਦਿਰ ਵਗੈਰਾ ਪਤਾ ਲੱਗੇ ਸੀ, ਸਿੱਕੇ ਮਿਲੇ, ਬਚਤਾਂ ਮਿਲੀਆਂ, ਤਾਮਰ ਪੱਤਰ ਮਿਲੇ, ਸਾਹਿਤਕ ਸਰੋਤ ਮਿਲੇ। ਠੀਕ ਹੈ ਜੀ, ਇਹ ਮਤਲਬ ਸੀਗਾ ਪੱਥਰ ਯੁੱਗ। ਫਿਰ ਆ ਗਿਆ ਮੱਧ ਪੱਥਰ ਯੁੱਗ। ਠੀਕ ਹੈ, ਜਿਹਨੂੰ ਅਸੀਂ ਆਪਾਂ ਗੱਲ ਕਰ ਸਕਦੇ ਹਾਂ ਜੇਕਰ, ਚਲੋ ਉਸ ਦੇ ਬਾਰੇ ਵੀ ਪੜ੍ਹਦੇ ਹਾਂ ਅੱਗੇ। ਠੀਕ ਹੈ, ਜਿਹੜਾ ਆਦਿ ਮਨੁੱਖ ਸੀ, ਆਦਿ ਮਨੁੱਖ ਜਿਵੇਂ ਆਪਾਂ ਗੱਲ ਕਰਦੇ ਹਾਂ, ਉਹਨੂੰ ਮੈਂ ਤੁਹਾਨੂੰ ਦੱਸ ਦਿੱਤਾ ਕਿ ਉਹ ਪੱਥਰ ਯੁੱਗ 'ਤੇ ਡਿਪੈਂਡ ਸੀ। ਠੀਕ ਹੈ, ਪੱਥਰ ਯੁੱਗ 'ਤੇ ਡਿਪੈਂਡ ਸੀ। ਉਸ ਤੋਂ ਬਾਅਦ ਪੱਥਰਾਂ ਤੋਂ ਬਾਅਦ ਉਹਨੇ ਹੋਰ ਧਾਤਾਂ ਬਣਾਉਣੀਆਂ ਸ਼ੁਰੂ ਕੀਤੀਆਂ ਜਿਸ ਨੂੰ ਅਸੀਂ ਮੱਧ ਪੱਥਰ ਯੁੱਗ ਕਹਿ ਦਿੰਦੇ ਹਾਂ, ਨਵੀਨ ਪੱਥਰ ਯੁੱਗ ਕਹਿ ਦਿੰਦੇ ਹਾਂ। ਇਹਦੇ ਵਿੱਚ ਵੀ ਅਸੀਂ ਗੱਲ ਕਰਾਂਗੇ ਕਿ ਪੱਥਰ ਯੁੱਗ ਦੇ ਵਿੱਚ ਤਾਂ ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤਾ ਕਿ ਉਹਨੇ ਉਹ ਪੱਥਰਾਂ 'ਤੇ ਪੂਰਾ ਡਿਪੈਂਡ ਸੀ। ਇਸ ਦੇ ਲਈ ਜਿਹੜਾ ਉਹ ਸ਼ਿਕਾਰ ਕਰਦਾ ਸੀ, ਤਾਂ ਇਹ ਗੱਲ ਆ ਜਿਹੜੀ ਮੈਂ ਤੁਹਾਨੂੰ ਦੱਸ ਰਹੀ ਹਾਂ, ਇਹਨੂੰ ਆਪਾਂ ਕਹਿ ਸਕਦੇ ਹਾਂ 2.5 ਲੱਖ ਸਾਲ ਪਹਿਲਾਂ ਇਹ ਹੋਇਆ ਸੀ ਸਾਡੀ ਧਰਤੀ 'ਤੇ ਕਿ ਉਹ ਲੋਕ ਆ ਜਿਹੜੇ ਸ਼ਿਕਾਰ ਅਤੇ ਭੋਜਨ ਇਕੱਠਾ ਕਰਦੇ ਸਨ। ਠੀਕ ਹੈ, ਉਹਨਾਂ ਨੂੰ ਧਾਤਾਂ ਦੀ ਵਰਤੋਂ ਅਤੇ ਖੇਤੀ ਬਾਰੇ ਕੋਈ ਗਿਆਨ ਨਹੀਂ ਸੀ। ਜਿਹੜੇ ਪੱਥਰ ਯੁੱਗ ਦੇ ਲੋਕ ਸੀਗੇ ਉਹ ਕੱਚੇ ਪੱਥਰ ਦੀ ਵਰਤੋਂ ਕਰਦੇ ਸੀ ਸਿਰਫ ਤੇ ਸਿਰਫ। ਉਸ ਤੋਂ ਬਾਅਦ ਆਇਆ ਮੱਧ ਪੱਥਰ ਯੁੱਗ। ਇਸ ਯੁੱਗ ਦੇ ਵਿੱਚ ਛੋਟੇ ਅਤੇ ਮਹੀਨ ਹਥਿਆਰ ਬਣਨੇ ਸ਼ੁਰੂ ਹੋਏ ਸੀ। ਠੀਕ ਹੈ, ਜਿਹੜੇ ਹਥਿਆਰ ਬਣਨੇ ਸ਼ੁਰੂ ਹੋਏ ਸੀਗੇ ਉਹ ਕਿਹੜੇ ਸੀਗੇ, ਛੋਟੇ ਸੀ। ਪੱਥਰ ਦੇ ਨੁਕੀਲੇ ਯਾਨੀ ਕਿ ਪੱਥਰਾਂ ਦੀਆਂ ਨੋਕਾਂ ਬਣਾਉਣੀਆਂ ਸ਼ੁਰੂ ਹੋ ਗਈਆਂ ਸੀ, ਉਹਨਾਂ ਨੂੰ ਤਿੱਖੇ ਕੀਤੇ। ਤੇ ਇਸ ਯੁੱਗ ਦੇ ਵਿੱਚ ਅੱਗ ਦੀ ਵੀ ਖੋਜ ਹੋ ਗਈ ਸੀ, ਥੋੜ੍ਹੀ ਬਹੁਤੀ ਹੋਈ ਸੀ। ਪੱਥਰਾਂ ਨੂੰ ਰਗੜ ਕੇ ਅੱਗ ਜਲਾ ਲੈਂਦੇ ਸੀ ਉਹ ਲੋਕ। ਫਿਰ ਪਹੀਏ ਦੀ ਖੋਜ, ਖੇਤੀਬਾੜੀ ਦੀ ਖੋਜ ਇਸ ਯੁੱਗ ਦੇ ਵਿੱਚ ਹੋਈ ਮੰਨੀ ਜਾਂਦੀ ਆ। ਵੈਸੇ ਅਸਲ ਜਿਹੜੀ ਕੁਛ ਖੋਜ ਸੀਗੀ ਉਹ ਨਵੀਨ ਪੱਥਰ ਯੁੱਗ ਦੇ ਵਿੱਚ ਹੋਈ। ਇਸ ਯੁੱਗ ਦੌਰਾਨ ਹੀ
ਮਾਨਵ ਨੇ ਖੇਤੀ ਅਤੇ ਪਸ਼ੂ ਪਾਲਣ ਸਿੱਖਿਆ ਸੀ। ਅਸਲ ਦੇ ਵਿੱਚ ਉਹ ਪੂਰੀ ਤਰ੍ਹਾਂ ਸਿੱਖ ਗਿਆ ਸੀ ਇਸ ਯੁੱਗ ਦੇ ਵਿੱਚ। ਠੀਕ ਹੈ, ਭੋਜਨ ਨੂੰ ਸੁਰੱਖਿਅਤ ਰੱਖਣ ਲਈ ਮਨੁੱਖ ਨੇ ਮਿੱਟੀ ਦੇ ਬਰਤਨ ਬਣਾਉਣੇ ਆਰੰਭ ਕੀਤੇ ਤੇ ਇਸੇ ਯੁੱਗ ਵਿੱਚ ਉਸਨੇ ਅੱਗ ਦੀ ਖੋਜ ਚੰਗੀ ਤਰ੍ਹਾਂ ਕਰ ਲਈ ਸੀ। ਅੱਗ ਨੂੰ ਕੰਟਰੋਲ ਕਰਨਾ ਸਿੱਖ ਲਿਆ ਸੀ। ਕੱਚੀ ਮਿੱਟੀ ਦੇ ਭਾਂਡੇ ਬਣਾਉਣੇ ਸਿੱਖ ਲਏ ਸੀ। ਤੂੜੀ ਅਤੇ ਘਾਹ ਦੇ ਘਰ ਬਣਾਉਣੇ ਉਹਨੇ ਸਿੱਖ ਲਏ ਸੀ ਇਸ ਨਵੀਨ ਪੱਥਰ ਯੁੱਗ ਦੇ ਵਿੱਚ। ਤੇ ਇਸ ਯੁੱਗ ਦੇ ਮਨੁੱਖ ਨੇ ਪੌਦੇ ਦੇ ਰੇਸ਼ੇ ਅਤੇ ਪਸ਼ੂ ਦੇ ਬਾਲਾਂ ਤੋਂ ਆਪਣੇ ਕੱਪੜੇ ਵੀ ਬਣਾਉਣੇ ਸਿੱਖ ਲਏ ਸੀ, ਅੰਗ ਢਕਣੇ ਸਿੱਖ ਲਏ ਸੀ। ਠੀਕ ਹੈ, ਉਸ ਤੋਂ ਬਾਅਦ ਸਾਡੇ ਕੋਲ ਸਾਡੇ ਆਪਣੇ ਇਤਿਹਾਸ ਦੇ ਵਿੱਚ ਆਇਆ ਆਦਿ ਇਤਿਹਾਸਿਕ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਆਦਿ ਇਤਿਹਾਸਿਕ ਨਵੇਂ ਯੁੱਗ ਦੇ ਵਿੱਚ ਵੀ ਆ ਜਾਂਦਾ ਸੀ, ਨਵੇਂ ਪੱਥਰ ਯੁੱਗ ਦੇ ਵਿੱਚ। ਇਸ ਦੇ ਵਿੱਚ ਕੀ ਸੀਗਾ ਕਿ ਇਸ ਯੁੱਗ ਵਿੱਚ ਪੱਥਰ ਯੁੱਗ ਧਾਤ ਯੁੱਗ ਨਾਲ ਮਿਲ ਗਿਆ ਸੀ। ਧਾਤਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂਬੇ ਦੀ ਖੋਜ ਹੋਈ ਸੀ ਅਤੇ ਹੋਰ ਸਖਤ ਧਾਤਾਂ ਬਣਾਉਣ ਦੀ ਖੋਜ ਹੋਈ ਸੀ, ਜਿਸ ਵਿੱਚ ਮਨੁੱਖ ਨੇ ਤਾਂਬੇ ਅਤੇ ਕਲਾਈ ਦੇ ਸੁਮੇਲ ਤੋਂ ਪਿੱਤਲ ਵਿਕਸਿਤ ਕਰ ਦਿੱਤੀ ਸੀ। ਠੀਕ ਹੈ, ਇਹ ਹੜੱਪਾ ਸੱਭਿਅਤਾ ਤੋਂ ਪਹਿਲਾਂ ਦੀ ਗੱਲ ਆ। ਠੀਕ ਹੈ, ਹੜੱਪਾ ਸੱਭਿਅਤਾ ਤੋਂ ਪਹਿਲਾਂ ਦੀ ਗੱਲ ਆ, ਜਾਣੀ ਕਿ ਨਵੇਂ ਪੱਥਰ ਯੁੱਗ ਦੀ ਗੱਲ ਆ। ਇਸ ਯੁੱਗ ਦੇ ਵਿੱਚ ਉਹਨੇ ਇੰਨੀ ਜ਼ਿਆਦਾ ਡਿਵੈਲਪਮੈਂਟ ਕਰ ਲਈ ਸੀ। ਠੀਕ ਹੈ ਜੀ, ਉਸ ਤੋਂ ਬਾਅਦ ਜਿਹੜਾ ਉੱਤਰੀ ਭਾਰਤ ਆ ਨਾ, ਇਸ ਦੇ ਵਿੱਚ ਤਾਂ ਤਾਂਬਾ ਤੇ ਪਿੱਤਲ ਯੁੱਗ ਆ ਗਏ ਸੀ। ਦੱਖਣੀ ਭਾਰਤ ਦੇ ਵਿੱਚ ਪੱਥਰ ਯੁੱਗ ਤੋਂ ਬਾਅਦ ਲੋਹਾ ਆਇਆ ਸੀ। ਠੀਕ ਹੈ, ਇਸ ਗੱਲ ਦਾ ਧਿਆਨ ਰੱਖਣਾ। ਤਿੰਨਾਂ ਦੋਵਾਂ ਹਾਲਾਤਾਂ ਵਿੱਚ ਧਾਤਾਂ ਦੇ ਨਾਲ ਨਾਲ ਪੱਥਰਾਂ ਦੀ ਵਰਤੋਂ ਜਾਰੀ ਰਹੀ। ਇਹ ਗੱਲ ਸੀ 500 ਈਸਵੀ ਪੂਰਵ ਦੀ। ਹੁਣ ਅਸੀਂ ਗੱਲ ਕਰਦੇ ਹਾਂ ਫਿਰ ਸਭ ਤੋਂ ਪਹਿਲਾਂ ਆਈ ਹੜੱਪਾ ਸੱਭਿਅਤਾ। ਜਦੋਂ ਮਨੁੱਖ ਪੂਰਾ ਵਿਕਸਿਤ ਹੋ ਗਿਆ ਸੀ, ਉਹਨੇ ਸਭ ਕੁਝ ਉਹਨੂੰ ਪਤਾ ਲੱਗਣ ਲੱਗ ਗਿਆ ਸੀ। ਠੀਕ ਹੈ, ਸਭ ਕੁਝ ਉਹ ਪਛਾਣਦਾ ਸੀਗਾ। ਉਸ ਤੋਂ ਬਾਅਦ ਆਈ ਸੀ ਸਾਡੀ ਹੜੱਪਾ ਸੱਭਿਅਤਾ। ਹੜੱਪਾ ਦੀ ਸੱਭਿਅਤਾ ਪਿੱਤਲ ਯੁੱਗ ਦੇ ਨਾਲ ਸੰਬੰਧਿਤ ਆ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਪਿੱਤਲ ਯੁੱਗ ਆ ਗਿਆ ਸੀ ਤੇ ਇਹ ਜਿਹੜੀ ਸੱਭਿਅਤਾ ਵਾ ਪਿੱਤਲ ਯੁੱਗ ਦੇ ਨਾਲ ਸੰਬੰਧਿਤ ਆ। ਪਿੱਤਲ ਕਿਵੇਂ ਬਣੀ ਸੀ? ਜਿਵੇਂ ਤਾਂਬੇ ਅਤੇ ਪਿੱਤਲ ਯੁੱਗ ਦੀ ਗੱਲ ਕਰਦੇ ਹਾਂ ਅਸੀਂ, ਉੱਤਰੀ ਭਾਰਤ ਦੇ ਵਿੱਚ ਆ ਗਏ ਸੀ ਤੇ ਹੜੱਪਾ ਦੀ ਸੱਭਿਅਤਾ ਪਿੱਤਲ ਯੁੱਗ ਨਾਲ ਸੰਬੰਧ ਰੱਖਦੀ ਆ। ਇਸ ਕਾਰਨ ਇਸ ਨੂੰ ਪਿੱਤਲ ਯੁੱਗ ਦੀ ਸੱਭਿਅਤਾ ਵੀ ਕਿਹਾ ਜਾਂਦਾ। ਤੇ ਇਸ ਸੱਭਿਅਤਾ ਦਾ ਜਿਹੜਾ ਕਾਲ ਆ ਉਹ 2500 BC ਤੋਂ 1750 BC ਦਾ ਸੀ। ਤੇ ਇਸ ਵਿਕਸਿਤ ਸੱਭਿਅਤਾ ਨੂੰ ਜੋ ਪੰਜਾਬ ਵਿੱਚ ਆਰੀਅਨ ਲੋਕਾਂ ਦੇ ਆਉਣ ਤੋਂ ਪਹਿਲਾਂ ਆਈ ਸੀ, ਇਸ ਨੂੰ ਇੰਡਸ ਘਾਟੀ ਦੀ ਸੱਭਿਅਤਾ ਵੀ ਕਿਹਾ ਜਾਂਦਾ, ਕਿਉਂਕਿ ਇਸ ਸੱਭਿਅਤਾ ਦੇ ਸਭ ਤੋਂ ਪੁਰਾਣੇ ਸਥਲ ਇੰਡਸ ਦਰਿਆ ਇਹਨਾਂ ਨੇ ਸਿੰਧ ਦਰਿਆ ਨੂੰ ਬੋਲਿਆ ਅਤੇ ਉਸ ਦੀਆਂ ਸ਼ਾਖਾਵਾਂ ਤੋਂ ਮਿਲੇ ਸੀ। ਸੋ ਇਸੇ ਕਾਰਨ ਇਸ ਨੂੰ ਇੰਡਸ ਦੀ ਸੱਭਿਅਤਾ ਬੋਲਿਆ ਜਾਂਦਾ ਸੀ। ਠੀਕ ਹੈ ਜੀ, ਤੇ ਇੰਡਸ ਦੀ ਸੱਭਿਅਤਾ ਤੇ ਅਸੀਂ MCQ ਬਣਾ ਚੁੱਕੇ ਹਾਂ, ਜਿਹੜੇ ਕਿ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਆ। ਉਹ ਤੁਸੀਂ ਅਲੱਗ ਤੋਂ ਜਾ ਕੇ ਕਵਰ ਕਰ ਲੈਣਾ, ਹੜੱਪਾ ਸੱਭਿਅਤਾ। ਠੀਕ ਹੈ ਜੀ, ਇਸ ਤੋਂ ਬਾਅਦ ਸਾਡੇ ਕੋਲ ਆਇਆ ਸੀਗਾ ਸਭ ਤੋਂ ਪਹਿਲਾਂ ਭਾਰਤ ਤੇ ਹਮਲਾ ਕੀਤਾ ਸੀਗਾ ਆਰੀਅਨ ਲੋਕਾਂ ਨੇ। ਠੀਕ ਹੈ, ਆਰੀਅਨ ਲੋਕਾਂ ਨੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਜੇਕਰ ਅਸੀਂ ਗੱਲ ਕਰੀਏ ਇਸ ਦੇ ਵਿੱਚ, ਉਹਦੇ ਵਿੱਚ ਕੀ ਸੀਗਾ ਕਿ ਸਾਨੂੰ ਖੋਜਾਂ ਤੋਂ ਮਤਲਬ ਕਿ ਕੁਛ ਨਾ ਕੁਛ ਮਿਲਣਾ ਸ਼ੁਰੂ ਹੋ ਗਿਆ ਸੀ। ਤਾਂਬੇ ਦੀਆਂ ਚੀਜ਼ਾਂ, ਲੋਹੇ ਦੀਆਂ ਚੀਜ਼ਾਂ, ਕੋਈ ਮੂਰਤੀਆਂ, ਕੋਈ ਸਿੱਕੇ, ਜਿਹੜੀਆਂ ਇਹ ਚੀਜ਼ਾਂ ਮਿਲੀਆਂ ਸੀਗੀਆਂ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਲਾਲਚ ਆਉਣਾ ਸ਼ੁਰੂ ਹੋ ਗਿਆ ਸੀ। ਸਭ ਤੋਂ ਪਹਿਲਾਂ ਫਿਰ ਭਾਰਤ ਦੇ ਉੱਤੇ ਆਰੀਅਨਾਂ ਨੇ ਹਮਲਾ ਕਰ ਦਿੱਤਾ। ਆਰੀਅਨ ਲੋਕ ਆਏ ਸੀ 1500 BC ਦੇ ਵਿੱਚ। ਆਰੀਅਨ ਲੋਕਾਂ ਦਾ ਪੰਜਾਬ ਦੀ ਮਿੱਟੀ ਤੇ ਆਗਮਨ ਹੋਇਆ। ਠੀਕ ਹੈ, ਤੇ ਪ੍ਰਾਚੀਨ ਭਾਰਤੀ ਇੰਡਸ, ਜਾਣੀ ਕਿ ਮੈਂ ਤੁਹਾਨੂੰ ਬੋਲਿਆ ਸੱਭਿਅਤਾ, ਜਿਹੜੀ ਕਿ ਅਸੀਂ ਗੱਲ ਕੀਤੀ ਸੀ ਹੜੱਪਾ ਸੱਭਿਅਤਾ, ਉਹ ਜਿਹੜੇ ਸ਼ਹਿਰਾਂ ਦੇ ਵਸਨੀਕ ਸੀ ਉਹਨਾਂ ਨੇ ਖੋਜਾਂ ਸ਼ੁਰੂ ਕੀਤੀਆਂ ਸੀ। ਇਹ ਲੋਕ ਆ ਜਿਹੜੇ ਆਰੀਆ, ਫਿਰ ਇਹ ਉੱਤਰ ਪੱਛਮ ਤੋਂ ਆ ਗਏ ਸੀ ਤੇ ਆਰੀਅਨ ਲੋਕ ਅਤੇ ਉਹਨਾਂ ਤੋਂ ਪਹਿਲਾਂ ਜਿਹੜੇ ਇੱਥੇ ਵਸ ਚੁੱਕੇ ਲੋਕ ਸੀ, ਉਹਨਾਂ ਦੇ ਵਿਚਕਾਰ ਕੀ ਹੋਇਆ? ਸੰਘਰਸ਼ ਹੋਇਆ ਤੇ ਉਹ ਪੰਜਾਬ ਦੇ ਮੈਦਾਨਾਂ ਦੇ ਵਿੱਚ ਵੀ ਕਾਬਜ਼ ਹੋ ਗਏ, ਕਿਉਂਕਿ ਆਰੀਅਨ ਲੋਕਾਂ ਦੀ ਜਿੱਤ ਹੋ ਗਈ ਸੀ। ਠੀਕ ਹੈ, ਤੇ ਆਰੀਅਨ ਲੋਕਾਂ ਦਾ ਮਸ਼ਹੂਰ ਗ੍ਰੰਥ ਸੀ ਰਿਗਵੇਦ। ਠੀਕ ਹੈ, ਤੇ ਰਿਸ਼ੀਆਂ ਦੁਆਰਾ ਪੰਜਾਬ ਵਿੱਚ ਦਰਿਆਵਾਂ ਦੇ ਕੰਢੇ ਹੀ ਰਿਗਵੇਦ ਨੂੰ ਰਚਿਆ ਗਿਆ ਸੀ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ, ਰਿਗਵੇਦ ਆ ਜਿਹੜਾ। ਇਸ ਤੋਂ ਬਾਅਦ ਸਾਡੇ ਕੋਲ ਆਏ ਰਮਾਇਣ, ਮਹਾਭਾਰਤ, ਭਗਵੰਤ ਗੀਤਾ ਵਰਗੇ ਗ੍ਰੰਥਾਂ ਦੀ ਰਚਨਾ ਹੋਈ। ਠੀਕ ਹੈ, ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵੇਦ ਦੇ ਆਉਣ ਤੋਂ ਬਾਅਦ, ਠੀਕ ਹੈ, ਕੀ ਹੋਇਆ? ਇਸ ਤੋਂ ਬਾਅਦ ਬੌਧ ਧਰਮ ਅਤੇ ਜੈਨ ਧਰਮ ਦਾ ਵਿਕਾਸ ਹੋ ਗਿਆ, ਜਿਹਦੇ ਵਿੱਚ ਕੀ ਆ? ਬੌਧ ਧਰਮ ਅਤੇ ਜੈਨ ਧਰਮ ਆ ਜਿਹੜਾ, ਇਹਦਾ ਵਿਕਾਸ ਹੋਇਆ। ਜੈਨੀ ਆਏ, ਠੀਕ ਹੈ, ਬੌਧ ਧਰਮ ਆਇਆ। ਉਸ ਤੋਂ ਬਾਅਦ ਸਾਡੇ ਪੰਜਾਬ ਭਾਰਤ ਉੱਤੇ ਹਮਲੇ ਹੋਣੇ ਸ਼ੁਰੂ ਹੋ ਗਏ ਤੇ ਆਰੀਅਨ, ਸਭ ਤੋਂ ਪਹਿਲਾਂ ਹਮਲਾ ਕੀਤਾ ਸੀ ਆਰੀਅਨਾਂ ਨੇ। ਉਸ ਤੋਂ ਬਾਅਦ ਆਏ ਈਰਾਨੀ। ਠੀਕ ਹੈ, ਈਰਾਨੀਆਂ ਨੇ ਕੀ ਕੀਤਾ ਕਿ ਈਰਾਨੀ ਆ ਜਿਹੜੇ, ਇਹਨਾਂ ਨੇ ਆਰੀਅਨਾਂ ਨੂੰ ਹਰਾਤਾ ਸੀ।
ਕਿਵੇਂ ਆਰੀਅਨ ਆ ਜਿਹੜੇ ਆਰੀਆ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਇਹਨਾਂ ਨੇ ਈਰਾਨੀ ਸਾਮਰਾਜ ਦੀ ਦਹਲੀਜ਼ ਹੋਣ ਕਾਰਨ ਪੰਜਾਬ ਦੇ ਵਿੱਚ ਕਈ ਈਰਾਨੀ ਆ ਜਿਹੜੇ ਪੰਜਾਬ 'ਤੇ ਵੀ ਹਮਲਾ ਕੀਤਾ ਉਹਨਾਂ ਨੇ। ਤੇ ਜੇਕਰ ਅਸੀਂ ਗੱਲ ਕਰੀਏ, ਡੈਰੀਅਸ ਨਾਮ ਦੇ ਇੱਕ ਰਾਜੇ ਨੇ ਪੰਜਾਬ ਦੇ ਕਈ ਹਿੱਸਿਆਂ 'ਤੇ ਕਬਜ਼ਾ ਕੀਤਾ ਸੀ ਤੇ ਈਰਾਨੀ ਰਾਜਾ ਗੁਪਤਾਸ ਆਪਣੇ 516 BC ਦੇ ਵਿੱਚ ਪੂਰੇ ਪੰਜਾਬ 'ਤੇ ਕਬਜ਼ਾ ਕੀਤਾ। ਪੂਰਾ ਪੰਜਾਬ ਉਸ ਟਾਈਮ ਅੱਧਾ ਪੰਜਾਬ ਆ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਦਾ ਕਿੱਡਾ ਵੱਡਾ ਹਿੱਸਾ ਸੀਗਾ, ਠੀਕ ਹੈ ਜੀ। ਤੇ ਜਿਹੜੇ ਇਹ ਸੀਗੇ, ਇਹਨਾਂ ਨੇ ਕੀ ਕੀਤਾ ਸੀਗਾ, ਆਰੀਅਨਾਂ ਨੂੰ ਹਰਾਤਾ ਸੀਗਾ ਤੇ ਇਹਨਾਂ ਨੇ ਪੰਜਾਬ 'ਤੇ ਕਬਜ਼ਾ ਕਰ ਲਿਆ ਸੀ, ਠੀਕ ਹੈ। ਫਿਰ ਈਰਾਨੀ ਆ ਜਿਹੜੇ, ਅਸੀਂ ਇਹਨਾਂ ਦੀ ਗੱਲ ਕਰਦੇ ਹਾਂ ਈਰਾਨੀਆਂ ਦੀ। ਈਰਾਨੀਆਂ ਤੋਂ ਬਾਅਦ ਪੰਜਾਬ ਦੇ ਉੱਤੇ, ਜਾਂ ਆਪਾਂ ਕਹਿ ਸਕਦੇ ਸਾਡੀ ਭਾਰਤ ਦੀ ਧਰਤੀ ਦੇ ਉੱਤੇ ਹਮਲਾ ਕੀਤਾ ਸੀ ਮੌਰੀਆ ਸਾਮਰਾਜ ਨੇ, ਠੀਕ ਹੈ। ਕਿਹੜੇ? ਮੌਰੀਆ ਸਾਮਰਾਜ ਨੇ। ਮੌਰੀਆ ਸਾਮਰਾਜ ਆ ਜਿਹੜਾ, ਇਹ ਚੰਦਰਗੁਪਤ ਮੌਰੀਆ ਨੇ ਆਪਾਂ ਕਹਿ ਸਕਦੇ ਹਾਂ ਇਸ ਦੀ ਸਥਾਪਨਾ ਕੀਤੀ ਸੀ। ਤੇ ਚੰਦਰਗੁਪਤ ਮੌਰੀਆ ਤੋਂ ਬਾਅਦ ਉਹਨਾਂ ਦਾ ਪੁੱਤਰ ਬਿੰਦੂਸਾਰ ਸਿੰਘਾਸਨ ਤੇ ਬੈਠਾ ਸੀ, ਠੀਕ ਹੈ। ਤੇ 261 BC ਦੇ ਵਿੱਚ ਉਸ ਤੋਂ ਬਾਅਦ ਇੱਕ ਅਸ਼ੋਕ ਰਾਜਾ ਸੀਗਾ। ਬਿੰਦੂਸਾਰ ਮਗਰੋਂ ਇੱਕ ਤਾਕਤ ਦੇ ਵਿੱਚ ਆਇਆ ਰਾਜਾ ਅਸ਼ੋਕ ਸੀ, ਜਿਹੜਾ ਭਾਰਤ ਦਾ ਸਭ ਤੋਂ ਵੱਡਾ, ਕਹਿ ਸਕਦੇ ਹਾਂ ਸਭ ਤੋਂ ਸੂਰਵੀਰ ਰਾਜਾ ਸੀ, ਠੀਕ ਹੈ। ਤੇ 261 BC ਦੇ ਵਿੱਚ ਕਲਿੰਗਾ ਦੀ ਲੜਾਈ ਹੋਈ ਤੇ ਉਸ ਦੇ ਵਿੱਚ ਹਜ਼ਾਰਾਂ ਲੋਕ ਮਾਰੇ ਗਏ। ਇੰਨਾ ਖੂਨ ਖਰਾਬਾ ਹੋਇਆ ਕਿ ਇਸ ਲੜਾਈ ਨੇ ਅਸ਼ੋਕ ਦੇ ਜੀਵਨ ਵਿੱਚ ਇੱਕ ਨਵਾਂ ਮੋੜ ਲਿਆਂਦਾ। ਉਹ ਬੌਧ ਧਰਮ ਦਾ ਪੈਰੋਕਾਰ ਬਣਿਆ ਤੇ ਉਸਨੇ ਆਪਣੀ ਪ੍ਰਜਾ ਦੀ ਭਲਾਈ ਦੇ ਲਈ ਸੇਵਾ ਸ਼ੁਰੂ ਕੀਤੀ। ਅਸ਼ੋਕਾ ਤੋਂ ਬਾਅਦ ਜਿਹੜਾ ਇਹ ਮੌਰੀਆ ਰਾਜਵੰਸ਼ ਸੀਗਾ ਇਹ ਖਤਮ ਹੋ ਗਿਆ, ਠੀਕ ਹੈ। ਕਿਉਂ ਖਤਮ ਹੋਇਆ? ਕਿਉਂਕਿ ਉਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਅਸ਼ੋਕਾ ਦੀ ਮੌਤ ਤੋਂ ਬਾਅਦ ਇਹ ਜਿਹੜਾ ਮੌਰੀਆ ਸਾਮਰਾਜ ਸੀ ਇਸ ਦਾ ਅੰਤ ਹੋ ਗਿਆ। ਫਿਰ ਪੰਜਾਬ, ਜਾਂ ਆਪਾਂ ਕਹਿ ਸਕਦੇ ਹਾਂ ਭਾਰਤ ਦੇ ਵਿੱਚ ਆਇਆ ਸੁੰਗ ਵੰਸ਼। ਸੁੰਗ ਵੰਸ਼ ਤੋਂ ਬਾਅਦ ਇਹ ਤੁਹਾਡਾ ਬੌਧ ਧਰਮ ਹੀ ਚੱਲ ਰਿਹਾ ਹਜੇ। ਬੌਧ ਧਰਮ ਤੇ ਜੈਨ ਧਰਮ ਤੇ ਮੈਂ ਅਲੱਗ ਤੋਂ MCQ ਬਣਾ ਚੁੱਕੀ ਹਾਂ, ਤੁਸੀਂ ਉਹ ਵੀ ਦੇਖ ਸਕਦੇ ਹੋ, ਠੀਕ ਹੈ। ਫਿਰ ਆਇਆ ਸੁੰਗ ਵੰਸ਼। ਸੁੰਗ ਵੰਸ਼ ਦੇ ਮੋਢੀ ਸਨ ਪੁਸ਼ਯਾਮਿੱਤਰ ਸੋਢੀ ਮੋਢੀ, ਤੇ ਇਹ 184 ਤੋਂ 172 ਈਸਵੀ ਪੂਰਵ ਦੇ ਵਿੱਚ ਮੱਧ ਪ੍ਰਦੇਸ਼ ਵਿਖੇ, ਤੁਹਾਨੂੰ ਪਤਾ ਲੱਗ ਜਾਣਾ ਇਹ ਪੜ੍ਹ ਕੇ, ਠੀਕ ਹੈ। ਆਪਾਂ ਇੰਨੀ ਡਿਟੇਲ ਦੇ ਵਿੱਚ ਗੱਲ ਨਹੀਂ ਕਰਨੀ, ਇਹ ਮੈਂ ਡਿਟੇਲ ਦੇ ਵਿੱਚ ਤੁਹਾਨੂੰ MCQ ਦੇ ਵਿੱਚ ਹੀ ਕਰਵਾਵਾਂਗੀ। ਫਿਰ ਬਸ਼ੂਮਿੱਤਰ ਆਏ, ਫਿਰ ਅਗਨੀਮਿੱਤਰ, ਸ਼ੂਗ ਵੰਸ਼ ਦੇ ਸੀ ਇਹ, ਠੀਕ ਹੈ। ਇਸ ਤੋਂ ਬਾਅਦ, ਇਸ ਵੰਸ਼ ਤੋਂ ਬਾਅਦ ਸ਼ਕਤੀਸ਼ਾਲੀ ਵੰਸ਼ ਆਇਆ ਉੱਭਰ ਕੇ, ਕਨਵ ਵੰਸ਼, ਠੀਕ ਹੈ। ਕਨਵ ਵੰਸ਼ ਵੀ ਕਹਿ ਸਕਦੇ ਹਾਂ। ਵੈਸੇ ਤਾਂ ਇਹ ਮੰਨਿਆ ਜਾਂਦਾ ਕਿ ਸੂੰਗ ਵੰਸ਼ ਤੋਂ ਬਾਅਦ ਯੂਨਾਨੀ ਆਏ, ਫਿਰ ਸ਼ਕ ਆਇਆ, ਫਿਰ ਪਾਰਥੀਅਨਾਂ ਦਾ ਵੰਸ਼ ਆਇਆ, ਫਿਰ ਕੁਸ਼ਾਣ ਵੰਸ਼ ਆਇਆ, ਠੀਕ ਹੈ। ਤੇ ਇਸ ਵੰਸ਼ ਦੇ ਜਿਹੜੇ ਮਹੱਤਵਪੂਰਨ ਰਾਜਾ ਸੀ ਉਹ ਕੌਣ ਸਨ? ਵਾਸ਼ੂਦੇਵ, ਜਿਹੜੇ ਕਿ ਉਸ ਤੋਂ ਬਾਅਦ ਆਇਆ ਆਪਾਂ ਕਹਿ ਸਕਦੇ ਹਾਂ ਰਾਜਾ ਖਰੇਵਾਲ, ਠੀਕ ਹੈ। ਉਹਨਾਂ ਤੋਂ ਬਾਅਦ ਕਿਹੜੇ ਆਏ? ਜਿਵੇਂ ਤੁਹਾਨੂੰ ਮੈਂ ਦੱਸਿਆ ਨਾ, ਇਸੇ ਤਰ੍ਹਾਂ ਯਾਦ ਰੱਖ ਲੈਣਾ। ਤੇ ਮਤਲਬ ਕੀ ਆ, ਕੀ ਕਹਿਣ ਦਾ, ਪਹਿਲਾਂ ਸ਼ੂੰਗ ਵੰਸ਼ ਆਏ, ਫਿਰ ਯੂਨਾਨੀ ਆਏ, ਯੂਨਾਨੀਆਂ ਤੋਂ ਮਗਰੋਂ ਸ਼ਕ ਦਾ ਰਾਜ ਆਇਆ, ਸ਼ਕਾਂ ਤੋਂ ਬਾਅਦ ਪਾਰਥੀਅਨ ਤਾਕਤ ਦੇ ਵਿੱਚ ਆ ਗਏ ਸੀਗੇ, ਜੋ ਕਿ ਮੂਲ ਰੂਪ ਦੇ ਵਿੱਚ ਈਰਾਨ ਦੇ ਹੀ ਵਾਸੀ ਸੀ, ਠੀਕ ਹੈ। ਤੇ ਬਾਅਦ ਵਿੱਚ ਉਹ ਭਾਰਤ ਆ ਵਸ ਗਏ ਸੀ। ਤੇ ਪਾਰਥੀਅਨਾਂ ਮਗਰੋਂ ਉੱਤਰ ਪੱਛਮੀ ਭਾਰਤ ਵਿੱਚ ਕੁਸ਼ਾਣ ਵੰਸ਼ ਦਾ ਰਾਜ ਆਇਆ। ਉਹਨਾਂ ਨੇ ਆਪਣਾ ਰਾਜ ਭਾਗ ਇੰਡਸ ਨਦੀ ਅਤੇ ਗੰਗਾ ਨਦੀ ਦੇ ਉੱਪਰ ਅਤੇ ਮੱਧ ਮੈਦਾਨਾਂ ਤੱਕ ਸਥਾਪਿਤ ਕਰ ਲਿਆ ਸੀ। ਫਿਰ ਉਸ ਤੋਂ ਬਾਅਦ ਆਏ ਸੀ ਗੁਪਤ ਕਾਲ। ਕੁਸ਼ਾਣ ਵੰਸ਼ ਤੋਂ ਬਾਅਦ ਆਇਆ ਸਾਡੇ ਕੋਲ ਗੁਪਤ ਕਾਲ। ਗੁਪਤ ਕਾਲ ਆ ਜਿਹੜਾ, ਇਹ ਕਹਿ ਸਕਦੇ ਹਾਂ ਅਸੀਂ ਬਹੁਤ ਇਹਨੂੰ ਸੁਨਹਿਰੀ ਕਾਲ ਮੰਨਿਆ ਜਾਂਦਾ ਸੀਗਾ। ਇਸ ਦੇ ਬਾਰੇ ਹੁਣ ਤੁਹਾਨੂੰ ਇੱਥੋਂ ਸਾਡੀ ਮੇਨ ਹਿਸਟਰੀ ਆ ਜਿਹੜੀ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਸ਼ੁਰੂ ਹੁੰਦੀ ਆ। ਗੁਪਤ ਕਾਲ ਆ ਜਿਹੜਾ, ਇਹ ਆਪਾਂ ਕਹਿ ਸਕਦੇ ਹਾਂ ਕਿ ਗੁਪਤ ਵੰਸ਼ ਦੇ ਸ਼ਾਸਕਾਂ ਦਾ ਰਾਜ ਆਇਆ, ਜਿਨ੍ਹਾਂ ਨੇ ਉੱਤਰੀ ਭਾਰਤ ਦੇ ਵਿੱਚ ਰਾਜ ਕੀਤਾ। ਤੇ ਇਸ ਵੰਸ਼ ਦੇ ਸੰਸਥਾਪਕ ਸੀ ਸ਼੍ਰੀ ਗੁਪਤਾ ਜੀ, ਤੇ ਇਸ ਦਾ ਮਹੱਤਵਪੂਰਨ ਰਾਜਾ ਰਿਹਾ ਚੰਦਰਗੁਪਤ ਪਹਿਲਾ, ਜਿਸ ਨੇ 319 ਤੋਂ 320 AD ਦੇ ਵਿੱਚ ਗੁਪਤ ਕਾਲ ਆਰੰਭ ਕਰ ਦਿੱਤਾ ਸੀ, ਠੀਕ ਹੈ। ਉਸ ਤੋਂ ਮਗਰੋਂ ਉਸ ਦਾ ਪੁੱਤਰ ਸਮੁੰਦਰ ਗੁਪਤ ਨੇ ਰਾਜ ਕੀਤਾ ਤੇ ਉਸ ਨੇ ਗੁਪਤ ਵੰਸ਼ ਦਾ ਵਿਸਥਾਰ ਕੀਤਾ ਅਤੇ ਯੂਪਾ ਕਿਸਮ ਦੇ ਸੋਨੇ ਦੇ ਸਿੱਕੇ ਵੀ ਜਾਰੀ ਕੀਤੇ, ਠੀਕ ਹੈ ਜੀ। ਜੇ ਆਪਾਂ ਗੱਲ ਕਰੀਏ ਆਪਣੇ ਪੰਜਾਬ ਦੀ, ਤਾਂ ਲੁਧਿਆਣਾ ਦੇ ਸਨੇਤ ਪਿੰਡ ਅਤੇ ਹੋਰਨਾਂ ਥਾਵਾਂ ਤੋਂ ਮਿਲੇ ਲਾਲ ਰੰਗ ਦੇ ਮਿੱਟੀ ਦੇ ਬਰਤਨ ਇਸ ਗੱਲ ਦੀ ਪੁਸ਼ਟੀ ਕਰਦੇ ਆ ਕਿ ਪੰਜਾਬ ਗੁਪਤ ਵੰਸ਼ ਦਾ ਹਿੱਸਾ ਰਿਹਾ, ਠੀਕ ਹੈ। ਫਿਰ ਆਇਆ ਸਾਡੇ ਕੋਲ ਹਰਸ਼ਵਰਧਨ ਕਾਲ। ਹਰਸ਼ਵਰਧਨ ਕਾਲ ਆ ਜਿਹੜਾ, ਇਹ 6ਵੀਂ ਸਦੀ ਦੇ ਆਰੰਭ ਦੇ ਵਿੱਚ ਸ਼ੁਰੂ ਹੋ ਗਿਆ ਸੀ। ਅਸ਼ੋਕਾ ਪੰਜਾਬ ਵਿੱਚ ਵਰਧਨ ਕਾਲ ਦਾ ਪ੍ਰਮੁੱਖ ਹਿੱਸਾ ਸੀ, ਜਾਂ ਆਪਾਂ ਕਹਿ ਸਕਦੇ ਹਾਂ ਕਿ ਇਸ ਵੰਸ਼ ਦਾ ਸਭ ਤੋਂ ਮਹੱਤਵਪੂਰਨ ਰਾਜਾ ਸੀ ਹਰਸ਼ਵਰਧਨ, ਜੋ 606 AD ਦੇ ਵਿੱਚ ਸਿੰਘਾਸਨ ਤੇ ਬੈਠਾ ਤੇ ਉਸਨੇ
ਉਸਨੇ ਕੀ ਕੀਤਾ 606 ਏਡੀ ਦੇ ਵਿੱਚ ਹਰਸ਼ ਕਾਲ ਦਾ ਆਰੰਭ ਕੀਤਾ। ਠੀਕ ਹੈ ਜੀ। ਤੇ ਉਸ ਸਮੇਂ ਮਹਾਨ ਚੀਨੀ ਯਾਤਰੀ ਹਿਊ ਸਾਂਗ ਭਾਰਤ ਦੇ ਵਿੱਚ ਆਇਆ ਹੋਇਆ ਸੀ। ਠੀਕ ਹੈ ਜੀ। ਤੇ ਉਸਨੇ ਪੁਰਾਤਨ ਸ਼ਹਿਰ ਸਰਹੰਦ ਦੀਆਂ ਆਪਣੀਆਂ ਲਿਖਤਾਂ ਦੇ ਵਿੱਚ ਬਹੁਤ ਜ਼ਿਆਦਾ ਸਿਫਤ ਕੀਤੀ। ਠੀਕ ਹੈ। ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਹਰਸ਼ਵਰਧਨ ਕਾਲ ਤੋਂ ਬਾਅਦ ਸਾਡੇ ਕੋਲ ਆ ਗਿਆ ਸੀ, ਹਾਂਜੀ, ਵਰਧਨ ਕਾਲ ਤੋਂ ਬਾਅਦ ਸਾਡੇ ਕੋਲ ਦੱਖਣੀ ਭਾਰਤ ਦੀ ਅਸੀਂ ਗੱਲ ਕਰੀਏ 700 ਤੋਂ 1200 ਤੱਕ ਪੱਲਵ ਆਏ, ਫਿਰ ਪਾਂਡਿਆ ਵੰਸ਼ ਆਇਆ, ਫਿਰ ਚੌਲ ਵੰਸ਼ ਆਇਆ। ਠੀਕ ਹੈ। ਫਿਰ ਚੌਹਾਨ ਵੰਸ਼ ਆਇਆ। ਇਸ ਤੋਂ ਬਾਅਦ ਆਇਆ ਮਹਿਮੂਦ ਗਜ਼ਨਵੀ, ਜਿਸ ਦਾ ਕਿ ਬਹੁਤ ਫੇਮਸ ਹੈ, ਆਪਾਂ ਕਹਿ ਸਕਦੇ ਹਾਂ MCQ ਐਗਜ਼ਾਮ ਦੇ ਵਿੱਚ ਆਉਂਦਾ ਕਿ ਮਹਿਮੂਦ ਗਜ਼ਨਵੀ ਨੇ ਭਾਰਤ ਉੱਤੇ ਟੋਟਲ ਕਿੰਨੇ ਵਾਰ ਹਮਲੇ ਕੀਤੇ, ਤਾਂ ਇਹਦਾ ਰਾਈਟ ਆਨਸਰ ਹੁੰਦਾ 17 ਵਾਰ। ਠੀਕ ਹੈ। ਮਹਿਮੂਦ ਗਜ਼ਨਵੀ ਇੱਕ ਅਫਗਾਨਿਸਤਾਨ ਦਾ ਬਹੁਤ ਸ਼ਕਤੀਸ਼ਾਲੀ ਰਾਜਾ ਸੀ ਜਿਸ ਨੇ ਭਾਰਤ ਉੱਤੇ 17 ਵਾਰ ਹਮਲੇ ਕੀਤੇ ਸਿਰਫ ਤੇ ਸਿਰਫ ਧਨ ਦੀ ਖਾਤਰ। ਠੀਕ ਹੈ। ਫਿਰ ਉਸ ਤੋਂ ਬਾਅਦ ਆਇਆ ਮੁਹੰਮਦ ਗੌਰੀ, ਜਿਹੜਾ ਕਿ 1175 ਤੋਂ 1206 ਈਸਵੀ AD ਤੱਕ ਜਿਸ ਨੇ ਭਾਰਤ ਉੱਤੇ 8 ਵਾਰ ਹਮਲੇ ਕੀਤੇ ਸੀ। ਠੀਕ ਹੈ। AD ਦੀ ਗੱਲ ਕਰ ਰਹੀ ਹਾਂ ਮੈਂ। ਤੇ ਇਹ ਕੁੱਲ ਦੀ ਆਪਾਂ ਗੱਲ ਕਰੀਏ ਉਸ ਤੋਂ ਬਾਅਦ ਇਹਦੀ ਜਿਹੜੀ ਫੇਮਸ ਲੜਾਈ ਆ ਉਹ ਹੈ ਤਰਾਇਨ ਦੀ ਪਹਿਲੀ ਲੜਾਈ, ਜਿਹੜੀ 1191 ਈਸਵੀ ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਦੇ ਵਿਚਕਾਰ ਹੋਈ ਸੀ। ਇਸ ਦੇ ਵਿੱਚ ਮੁਹੰਮਦ ਗੌਰੀ ਆ ਜਿਹੜਾ ਉਹ ਹਾਰ ਗਿਆ ਸੀ। ਠੀਕ ਹੈ। ਉਸ ਤੋਂ ਬਾਅਦ ਆਇਆ ਦਿੱਲੀ ਸਲਤਨਤ। ਦਿੱਲੀ ਸਲਤਨਤ 1206 ਤੋਂ 1526 ਈਸਵੀ ਤੱਕ ਆਇਆ। ਮੁਹੰਮਦ ਗੌਰੀ ਨੇ ਜਿੱਤਾਂ ਤੋਂ ਬਾਅਦ ਭਾਰਤੀ ਪ੍ਰਦੇਸ਼ਾਂ ਨਾਲ ਸ਼ਾਸਨ ਅਤੇ ਗੁਲਾਮ ਕੁਤਬਦੀਨ ਐਬਕ ਨੂੰ ਸੌਂਪਿਆ ਸੀ। ਠੀਕ ਹੈ। ਦੇਖੋ ਜਿਹੜਾ ਦਾਸ ਵੰਸ਼ ਹੈ ਇਸ ਦੀ ਜੇ ਅਸੀਂ ਗੱਲ ਕਰੀਏ, ਮੁਹੰਮਦ ਗੌਰੀ ਦੇ ਦਾਸ ਕੁਤਬਦੀਨ ਐਬਕ ਨੇ ਦਾਸ ਵੰਸ਼ ਦੀ ਨੀਂਹ ਰੱਖੀ ਸੀ ਤੇ ਉਸਨੇ 1206 ਤੋਂ 1210 AD ਤੱਕ ਰਾਜ ਕੀਤਾ ਸੀ। ਠੀਕ ਹੈ। ਕੁਤਬਦੀਨ ਐਬਕ ਨੇ। ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਇਸ ਦੀ ਤਾਂ ਇਹਨਾਂ ਤੋਂ ਬਾਅਦ ਇਲਤੁਤਮਿਸ ਆਇਆ। ਠੀਕ ਹੈ। ਇਲਤੁਤਮਿਸ ਆ ਜਿਹੜਾ ਇਹਨਾਂ ਨੇ ਰਾਜ ਕੀਤਾ ਤੇ ਇਲਤੁਤਮਿਸ ਦਾ 1211 ਤੋਂ 1236 ਈਸਵੀ ਤੱਕ ਰਾਜ ਕੀਤਾ। ਫਿਰ ਰਜ਼ੀਆ ਸੁਲਤਾਨ ਆਈ। ਜੇਕਰ ਇਸ ਦੀ ਆਪਾਂ ਪੂਰੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਕੁਤਬਦੀਨ ਐਬਕ ਤੋਂ ਬਾਅਦ ਇੱਕ ਹੋਰ ਸਫਲ ਸ਼ਾਸਕ ਸੁਲਤਾਨ ਇਲਤੁਤਮਿਸ ਆਇਆ ਸੀ ਜਿਸ ਨੇ 26 ਸਾਲ ਰਾਜ ਕੀਤਾ। ਇਲਤੁਤਮਿਸ ਮਗਰੋਂ ਇਸ ਕੁਲ ਦੀ ਮਹੱਤਵਪੂਰਨ ਸ਼ਾਸਕ ਬਣੀ ਸੀ ਰਜ਼ੀਆ ਤੇ ਭਾਰਤ ਦੀ ਪਹਿਲੀ ਮਹਿਲਾ ਸ਼ਾਸਕ ਸੀ ਰਜ਼ੀਆ। ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਤੇ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਫਿਰ ਆਇਆ ਬਹਿਰਾਮ ਸ਼ਾਹ, ਫਿਰ ਅਲਾਉਦੀਨ ਮਸੂਦ ਸ਼ਾਹ, ਫਿਰ ਇਹ ਇੰਨੇ ਜ਼ਿਆਦਾ ਇੰਪੋਰਟੈਂਟ ਨਹੀਂ ਗੇ। ਉਸ ਤੋਂ ਬਾਅਦ ਸਾਡੇ ਕੋਲ ਖਿਲਜੀ ਵੰਸ਼ ਆ ਗਿਆ ਸੀ। ਠੀਕ ਹੈ। ਖਿਲਜੀ ਵੰਸ਼ ਇਸ ਦਾਸ ਵੰਸ਼ ਦੀ ਜੇ ਅਸੀਂ ਗੱਲ ਕਰੀਏ ਨਾ, ਗਿਆਸੂਦੀਨ ਬਲਬਲ, ਇਸ ਤੋਂ ਬਾਅਦ ਇਹਦੇ ਜਿਹੜੇ ਉੱਤਰਾਧਿਕਾਰੀ ਸੀ ਕਾਇਕੂਵਾੜ ਦਾਸ ਵੰਸ਼, ਉਹ ਇੱਕ ਕਮਜ਼ੋਰ ਰਾਜਾ ਸੀ ਤੇ ਉਸ ਤੋਂ ਜਲਾਲੂਦੀਨ ਨੇ ਦਿੱਲੀ ਦਾ ਤਖਤ ਖੋਹ ਲਿਆ ਸੀ। ਇਸ ਤੋਂ ਬਾਅਦ ਫਿਰ ਉਹ ਖਿਲਜੀ ਵੰਸ਼ ਆ ਗਿਆ ਸੀਗਾ। ਠੀਕ ਹੈ। ਖਿਲਜੀ ਰਾਜਵੰਸ਼ ਦੇ ਸੰਸਥਾਪਕ ਸੀ ਜਲਾਲ ਉਦ-ਦੀਨ ਖਿਲਜੀ ਤੇ ਅਲਾਉਦੀਨ ਖਿਲਜੀ ਦਾ 1295 AD ਦੇ ਵਿੱਚ ਉਸਦੇ ਭਾਣਜੇ ਨੇ ਕਤਲ ਕੀਤਾ ਤੇ ਉਸ ਅਲਾਉਦੀਨ ਇਸ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਬਣਿਆ। ਠੀਕ ਹੈ। ਤੇ ਉਸਦੇ ਰਾਜਕਾਲ ਦੌਰਾਨ ਮੰਗੋਲਾਂ ਨੇ ਪੰਜਾਬ ਦੇ ਗਵਰਨਰ ਤੁਗਲਕ ਖਾਨ ਤੇ ਵੱਡੀ ਫੌਜ ਨਾਲ ਹਮਲਾ ਕੀਤਾ ਤੇ ਉਸਦੇ ਦੁਸ਼ਮਣਾਂ ਨੇ ਵਿੱਚੋਂ ਫਿਰ ਉਹਦੇ ਤੇ ਮਤਲਬ ਕਹਿ ਸਕਦੇ ਹਾਂ ਅਸੀਂ ਜਿਹੜੇ ਮੰਗੋਲੀਆ ਸੀ ਉਹਨਾਂ ਨੇ ਠੀਕ ਹੈ ਰਾਜ ਕੀਤਾ ਸੀ। ਫਿਰ ਆ ਗਿਆ ਤੁਗਲਕ ਵੰਸ਼। ਤੁਗਲਕ ਵੰਸ਼ ਦੀ ਜੇ ਅਸੀਂ ਗੱਲ ਕਰੀਏ, ਤੁਗਲਕ ਵੰਸ਼ ਦੀ ਨੀਂਹ 1320 ਈਸਵੀ ਦੇ ਵਿੱਚ ਗਿਆਸੂਉਦ-ਦੀਨ ਤੁਗਲਕ ਨੇ ਰੱਖੀ ਸੀ। ਤੁਗਲਕ ਵੰਸ਼ ਮੁਹੰਮਦ ਤੁਗਲਕ ਅਤੇ ਫਿਰੋਜ਼ ਸ਼ਾਹ ਤੁਗਲਕ ਇਸ ਵੰਸ਼ ਦੇ ਮਹੱਤਵਪੂਰਨ ਸ਼ਾਸਕ ਸਨ। ਮੁਹੰਮਦ ਤੁਗਲਕ ਇੱਕ ਦੂਰ ਅੰਦੇਸ਼ੀ ਪ੍ਰਵਕਤਾ ਸੀ, ਜਦੋਂ ਕਿ ਫਿਰੋਜ਼ ਸ਼ਾਹ ਤੁਗਲਕ ਕਿਰਿਆਤਮਕ ਪ੍ਰਵਿਰਤੀ ਦਾ ਸੀ। ਉਹਨੇ ਮਤਲਬ ਕਿ ਬਹੁਤ ਜ਼ਿਆਦਾ ਸਾਡੇ ਕੋਲ ਸਭ ਤੋਂ ਵੱਧ ਆਸਾਨ ਆ ਸਾਡੇ ਉੱਤੇ ਫਿਰੋਜ਼ ਸ਼ਾਹ ਤੁਗਲਕ ਦੇ। ਉਹਨਾਂ ਨੇ ਕੀ ਕੀਤਾ ਸੀਗਾ ਕਿ ਸਿੰਚਾਈ ਲਈ ਕਈ ਫਿਰੋਜ਼ ਸ਼ਾਹ ਤੁਗਲਕ ਨੇ ਖੇਤੀਬਾੜੀ ਦੇ ਵਿੱਚ ਬਹੁਤ ਸੁਧਾਰ ਕੀਤੇ। ਉਹਨਾਂ ਨੇ ਸਿੰਚਾਈ ਲਈ ਨਹਿਰਾਂ ਬਣਾਈਆਂ। ਦਰਿਆ ਸਤਲੁਜ ਤੋਂ ਪੰਜਾਬ ਦੇ ਖੇਤਰਾਂ ਵਿੱਚ ਸਿੰਚਾਈ ਲਈ ਇੱਕ ਨਹਿਰ ਵੀ ਪੁਟਵਾਈ ਤੇ ਉਸ ਨਵੇਂ ਸ਼ਹਿਰ ਵਸਾਉਣ ਦੇ ਉਹ ਕਾਫੀ ਸ਼ੌਕੀਨ ਜਾਂ ਕਹਿ ਸਕਦੇ ਉਹਨਾਂ ਨੂੰ ਸ਼ੌਂਕ ਬਹੁਤ ਸੀ ਨਵੇਂ ਸ਼ਹਿਰ ਵਸਾਉਣ ਦੇ। ਉਹਨਾਂ ਨੇ ਦੂਜੇ ਸ਼ਹਿਰਾਂ ਦੇ ਨਾਲ ਇੱਕ ਫਿਰੋਜ਼ਪੁਰ ਸ਼ਹਿਰ ਵਸਾਇਆ ਸੀ। ਠੀਕ ਹੈ। ਫਿਰੋਜ਼ਪੁਰ ਜਾਣਦੇ ਹੋਵੋਗੇ ਤੁਸੀਂ, ਬਹੁਤ ਵਾਰ ਸੁਣਿਆ ਹੋਣਾ, ਪੰਜਾਬ ਦਾ ਫੇਮਸ ਆ ਫਿਰੋਜ਼ਪੁਰ। ਠੀਕ ਹੈ ਜੀ। ਇਹਨਾਂ ਤੋਂ ਬਾਅਦ
ਫਿਰੋਜ਼ ਸ਼ਾਹ ਤੁਗਲਕ ਤੋਂ ਬਾਅਦ ਆਏ ਸੀ। ਕੌਣ ਆਏ ਸੀ? ਸੈਯਦ ਵੰਸ਼। ਜਿਹੜਾ ਸੈਯਦ ਵੰਸ਼ ਆ ਇਸ ਦੇ ਮੋਢੀ ਸਨ ਖਿਜ਼ਰ ਖਾਨ, ਤੇ 1414 ਈਸਵੀ ਵਿੱਚ ਉਹ ਤਖਤ ਤੇ ਬੈਠੇ। ਤੇ ਪਹਿਲਾਂ ਉਹ ਤੈਮੂਰ ਵੱਲ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਗਵਰਨਰ ਸੀਗੇ। ਤੇ ਇਸ ਤੋਂ ਬਾਅਦ ਕੀ ਹੋਇਆ ਕਿ ਅਲਾਉਦੀਨ ਅਲਾਮਸ਼ਾਹ ਲਾਹੌਰ ਦੇ ਗਵਰਨਰ ਬਹਿਲੋਲ ਲੋਧੀ ਕੋਲੋਂ ਹਾਰ ਗਏ ਸੀ। ਠੀਕ ਹੈ, ਕਿੰਨਾ ਕੋਲੋਂ ਹਾਰੇ? ਬਹਿਲੋਲ ਲੋਧੀ। ਫਿਰ ਲੋਧੀ ਵੰਸ਼ ਸ਼ੁਰੂ ਹੋ ਗਿਆ। ਲੋਧੀ ਵੰਸ਼ ਦੇ ਵਿੱਚ ਬਹਿਲੋਲ ਲੋਧੀ ਆ ਜਿਹੜੇ ਲੋਧੀ ਵੰਸ਼ ਦੇ ਸੰਸਥਾਪਕ ਸੀ, ਜਿਨ੍ਹਾਂ ਨੇ 1451 ਤੋਂ 1448 ਤੱਕ ਰਾਜ ਕੀਤਾ। ਤੇ 1448 ਵਿੱਚ ਆਪਣੀ ਮੌਤ ਤੋਂ ਬਾਅਦ ਉਹ ਆਪਣੇ ਪੁੱਤਰ ਸਿਕੰਦਰ ਲੋਧੀ ਨੂੰ ਉੱਤਰਾਧਿਕਾਰੀ ਬਣਾ ਗਏ। ਸਿਕੰਦਰ ਲੋਧੀ ਨੂੰ ਪੰਜਾਬ ਦੇ ਵਿੱਚ ਕੋਈ ਵੀ ਵੈਸੇ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ। ਉਹ ਇਸ ਵੰਸ਼ ਦੇ ਮਹਾਨ ਰਾਜਾ ਸੀ। ਉਸਨੇ ਖੇਤੀਬਾੜੀ ਦੇ ਵਿੱਚ ਸੁਧਾਰ ਕੀਤੇ, ਜ਼ਰੂਰਤਮੰਦ ਚੀਜ਼ਾਂ ਦੀਆਂ ਕੀਮਤਾਂ 'ਚ ਕਮੀ, ਜਿਹੜੀ ਜ਼ਰੂਰਤਮੰਦ ਚੀਜ਼ਾਂ ਦੀ ਵਿੱਚ ਕੋਈ ਉਹਨਾਂ ਨੇ ਕਮੀ ਵੈਸੇ ਰਹਿਣ ਨਹੀਂ ਦਿੱਤੀ ਸੀ। ਉਹਨਾਂ ਨੇ ਕਾਫੀ ਜ਼ਿਆਦਾ ਖੋਜਾਂ ਕੀਤੀਆਂ ਸੀ। ਠੀਕ ਹੈ, ਉਸ ਤੋਂ ਬਾਅਦ 1517 ਈਸਵੀ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ। ਤੇ ਫਿਰ ਇਬਰਾਹਿਮ ਲੋਧੀ ਗੱਦੀ ਤੇ ਬੈਠੇ। ਤੇ ਇਬਰਾਹਿਮ ਲੋਧੀ ਆ ਜਿਹੜੇ ਇਹਨਾਂ ਦਾ ਵਿਰੋਧ ਕਰਨ ਲਈ ਆਪਾਂ ਕਹਿ ਸਕਦੇ ਹਾਂ ਵਿਦਰੋਹੀਆਂ ਨੇ ਉਸ ਦੇ ਵਿਰੋਧ ਬਗਾਵਤ ਕੀਤੀ ਅਤੇ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ 'ਤੇ ਹਮਲਾ ਲਈ ਸੱਦਾ ਭੇਜਿਆ। ਠੀਕ ਹੈ, ਇਬਰਾਹਿਮ ਲੋਧੀ ਆ ਜਿਹੜੇ ਇਹਨਾਂ ਨੂੰ ਮਤਲਬ ਕਿ ਬਾਬਰ ਨੇ ਹਰਾ ਦਿੱਤਾ ਸੀ, ਮਾਰ ਦਿੱਤਾ ਸੀ। ਪਹਿਲੀ ਲੜਾਈ ਪਾਣੀਪਤ ਦੀ ਤੁਸੀਂ ਸੁਣਿਆ ਹੋਣਾ। ਠੀਕ ਹੈ, ਉਸ ਦੇ ਵਿੱਚ ਮਾਰ ਦਿੱਤਾ ਸੀ। ਉਸ ਤੋਂ ਬਾਅਦ ਫਿਰ ਬਾਬਰ ਆਇਆ। ਠੀਕ ਹੈ ਜੀ, ਬਾਬਰ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਮੁਗਲ ਸਲਤਨਤ ਆ ਜਿਹੜੀ ਜਾਂ ਮੁਸਲਮਾਨ ਆ ਗਏ ਸੀਗੇ ਇਸ ਦੇ ਵਿੱਚ। ਤੇ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ, ਇਹ ਤਾਂ ਤੁਹਾਨੂੰ ਜਿਹੜੇ ਰਾਜੇ ਆ ਉਹਨਾਂ ਬਾਰੇ ਦੱਸਿਆ ਹੋਇਆ, ਲੜਾਈਆਂ ਬਾਰੇ। ਠੀਕ ਹੈ, ਅੱਗੇ ਅਸੀਂ ਗੱਲ ਕਰਦੇ ਹਾਂ ਜੋ ਇੰਪੋਰਟੈਂਟ ਆ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ। ਤੇ ਮੁਗਲ ਸਾਮਰਾਜ ਆ ਗਿਆ ਸੀ ਬਾਬਰ ਤੋਂ ਬਾਅਦ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ। ਠੀਕ ਹੈ, ਤੇ ਦੇਖੋ ਆਪਾਂ ਗੱਲ ਕਰੀਏ 1526 ਈਸਵੀ ਵਿੱਚ ਬਾਬਰ ਨੇ ਪਾਣੀਪਤ ਦੀ ਲੜਾਈ ਦੇ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਕੇ ਲੋਧੀ ਵੰਸ਼ ਦਾ ਅੰਤ ਕੀਤਾ। ਤੇ ਫਿਰ ਭਾਰਤ ਵਿੱਚ ਪੰਜਾਬ ਬਾਬਰ ਦੇ ਕਬਜ਼ੇ ਦੇ ਵਿੱਚ ਆਉਣ ਵਾਲਾ ਪਹਿਲਾ ਸੂਬਾ ਸੀ। ਅਕਬਰ 1585 ਤੋਂ 1598 ਤੱਕ ਲਾਹੌਰ ਦੇ ਸ਼ਾਹੀ ਤਖਤ ਤੇ ਬੈਠਾ। ਉਸ ਤੋਂ ਬਾਅਦ ਮਤਲਬ ਕਿ ਬਾਬਰ ਦੀਆਂ ਇੰਪੋਰਟੈਂਟ ਲੜਾਈਆਂ ਦੇਖ ਲਓ। ਪਾਣੀਪਤ ਦੀ ਲੜਾਈ 1526 ਈਸਵੀ ਵਿੱਚ ਇਬਰਾਹਿਮ ਲੋਧੀ ਅਤੇ ਬਾਬਰ ਦੇ ਵਿਚਕਾਰ ਹੋਈ। ਇਬਰਾਹਿਮ ਲੋਧੀ ਮਾਰਿਆ ਗਿਆ, ਜਿਸ ਨਾਲ ਲੋਧੀ ਵੰਸ਼ ਦਾ ਅੰਤ ਹੋ ਗਿਆ। ਫਿਰ ਕਨਵਾ ਦੀ ਲੜਾਈ ਹੋਈ 1527 ਦੇ ਵਿੱਚ ਰਾਣਾ ਸਾਂਗਾ ਦੇ ਨਾਲ ਇਹਨਾਂ ਦੀ। ਫਿਰ ਚੰਦੇਰੀ ਦੀ ਲੜਾਈ ਹੋਈ। ਬਾਬਰ ਆ ਜਿਹੜੇ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸੀ, ਇਹਨਾਂ ਕੋਲੇ ਤੋਪਾਂ ਸੀ। ਠੀਕ ਹੈ, ਇਸ ਕਰਕੇ ਇਹਨਾਂ ਦਾ ਕੋਈ ਵੀ ਰਾਜਾ ਵਾ ਜਿਹੜਾ ਉਹ ਇਹਨਾਂ ਦਾ ਮੁਕਾਬਲਾ ਕਰ ਹੀ ਨਹੀਂ ਪਾਇਆ। ਉਸ ਤੋਂ ਬਾਅਦ ਆ ਗਏ ਹਿਮਾਂਜੂ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਹਿਮਾਂਜੂ ਸ਼ੇਰਸ਼ਾਹ ਸੂਰੀ। ਨਾਲ ਦੀ ਨਾਲ ਸਾਡੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਜਨਮ ਹੋ ਗਿਆ ਸੀ 1400 ਬਾਬਰ ਦੇ ਕਾਲ ਸਮੇਂ। ਬਾਬਰ ਆਪਾਂ ਕਹਿ ਸਕਦੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀਨ ਸੀ ਬਾਬਰ। ਠੀਕ ਹੈ, ਫਿਰ ਪੰਜਾਬ ਦੇ ਉੱਪਰ ਵੀ ਆਪਾਂ ਪੰਜਾਬ ਦੇ ਨਾਲ ਹੀ ਰਿਲੇਟਿਡ ਆਪਾਂ ਨੂੰ ਇਹ ਆ ਸਕਦਾ। ਠੀਕ ਹੈ, ਉਸ ਤੋਂ ਬਾਅਦ ਹਿਮਾਂਜੂ ਆ ਗਏ। ਇਹ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਹਿਮਾਂਜੂ ਅਤੇ ਸ਼ੇਰਸ਼ਾਹ ਸੂਰੀ ਦੋਨੋਂ ਹੀ ਸਮਕਾਲੀਨ ਸੀ। ਠੀਕ ਹੈ ਜੀ, ਫਿਰ ਆਏ ਸਾਡੇ ਕੋਲ ਅਕਬਰ ਆ ਜਿਹੜੇ ਇਹ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਮਕਾਲੀਨ ਸੀ। ਫਿਰ ਆਏ ਸਾਡੇ ਕੋਲੇ ਜਹਾਂਗੀਰ, ਜਿਹੜੇ ਜਹਾਂਗੀਰ ਆ। ਠੀਕ ਹੈ, ਜਹਾਂਗੀਰ ਤੁਸੀਂ ਸੁਣਿਆ ਹੋਣਾ, ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਪਹਿਲੀ ਮਤਲਬ ਕਿ ਖਤਰਨਾਕ ਸ਼ਹੀਦੀ ਇਹਨਾਂ ਨੇ ਦਵਾਈ ਸੀਗੀ। ਜਹਾਂਗੀਰ ਦੇ ਪੈਰੋਂ ਹੋਈ ਸੀ ਜਿਹੜੀ, ਉਹ ਸੀਗੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ। ਠੀਕ ਹੈ, ਆਪਾਂ ਕਹਿ ਸਕਦੇ ਹਾਂ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤਾਂ ਅਕਬਰ ਸੀ ਉਹਨਾਂ ਦੇ ਸਮਕਾਲੀਨ। ਸ਼੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਉਹਨਾਂ ਦੇ ਸਮਕਾਲੀਨ ਸ਼ਾਸਕ ਬਣੇ ਸੀਗੇ। ਕੌਣ ਬਣੇ ਸੀ? ਮਤਲਬ ਇਹਨਾਂ ਦੀਆਂ ਨਾ ਈਸਵੀਆਂ ਜ਼ਰੂਰ ਯਾਦ ਰੱਖਣਾ ਜਹਾਂਗੀਰ ਦੀਆਂ। ਵੈਸੇ ਤਾਂ ਮੈਂ ਤੁਹਾਨੂੰ ਗੁਰੂਆਂ ਬਾਰੇ ਇੰਪੋਰਟੈਂਟ ਅਲੱਗ ਤੋਂ ਡਿਟੇਲ ਦੇ ਵਿੱਚ ਕਰਵਾਵਾਂਗੀ, ਉਸ ਸਮੇਂ ਤੁਸੀਂ ਯਾਦ ਰੱਖ ਸਕਦੇ ਹੋ। ਠੀਕ ਹੈ, ਇਸ ਦੇ ਵਿੱਚ ਯਾਦ ਕਰਨ ਵਾਲੀ ਕੋਈ ਗੱਲ ਨਹੀਂ। ਜਦੋਂ ਅਸੀਂ ਗੁਰੂਆਂ ਬਾਰੇ ਕਰਾਂਗੇ ਤੁਹਾਨੂੰ ਆਪਣੇ ਆਪ ਯਾਦ ਹੋ ਜਾਵੇਗਾ। ਇਹ ਤਾਂ ਇੱਕ ਸੀਰੀਜ਼ ਸੀ ਜਿਸ ਦੇ ਵਿੱਚ ਤੁਹਾਨੂੰ ਪਤਾ ਲੱਗੇ ਕਿ ਕਿਹੜੀ ਈਸਵੀ ਦੇ ਵਿੱਚ ਕੀ ਹੋਇਆ, ਇਹ ਸੋਚ ਕੇ ਮੈਂ ਤਿਆਰ ਕੀਤੀ ਸੀ। ਠੀਕ ਹੈ, ਉਸ ਤੋਂ ਬਾਅਦ ਸ਼੍ਰੀ ਗੁਰੂ ਰਾਮਦਾਸ ਜੀ ਦੇ ਸਮਕਾਲੀਨ ਵੀ ਗੁਰੂ ਰਾਮਦਾਸ ਜੀ ਦੇ ਸਮਕਾਲੀਨ ਵੀ ਅਕਬਰ ਹੀ ਰਿਹਾ। ਠੀਕ ਹੈ, ਤੇ ਜਹਾਂਗੀਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਮੁਗਲ ਸ਼ਾਸਕ ਸੀ ਉਹਨਾਂ ਦੇ ਸਮੇਂ। ਠੀਕ ਹੈ, ਜਿਨ੍ਹਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸਭ ਤੋਂ ਖਤਰਨਾਕ ਸ਼ਹੀਦੀ ਦਿੱਤੀ ਸੀ। ਠੀਕ ਹੈ ਜੀ, ਉਸ ਤੋਂ ਬਾਅਦ ਅਕਬਰ ਤੇ ਜਹਾਂਗੀਰ ਦੋਨੋਂ ਹੀ ਸੀਗੇ ਇਹਨਾਂ ਦੇ ਸਮੇਂ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਮੁਗਲ ਬਾਦਸ਼ਾਹ। ਠੀਕ ਹੈ, ਫਿਰ ਅਸੀਂ ਗੱਲ ਕਰੀਏ ਇਹਨਾਂ ਤੋਂ ਬਾਅਦ, ਤੇ ਤੁਸੀਂ ਦੇਖ ਸਕਦੇ ਹੋ ਫਿਰ ਇਹਨਾਂ ਤੋਂ ਬਾਅਦ ਆਏ ਸ਼ਾਹਜਹਾਂ। ਠੀਕ ਹੈ, ਸ਼ਾਹਜਹਾਂ ਜਿਹੜੇ ਇਹ ਆਪਾਂ ਕਹਿ ਸਕਦੇ ਹਾਂ ਸ਼ਾਹਜਹਾਂ ਤੇ ਜਹਾਂਗੀਰ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਸਮਕਾਲੀਨ ਸੀ।
ਇਹਨਾਂ ਤੋਂ ਬਾਅਦ ਆਏ ਔਰੰਗਜ਼ੇਬ, ਜਿਹੜੇ ਕਿ ਤੁਹਾਨੂੰ ਪਤਾ ਹੋਵੇਗਾ ਸਾਡੇ 3 ਗੁਰੂ ਸਾਹਿਬਾਨਾਂ ਦੇ ਸਮਕਾਲੀਨ ਰਹੇ ਆ। ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਸਮਕਾਲੀਨ ਸੀ ਔਰੰਗਜ਼ੇਬ। ਨਾਲ ਦੀ ਨਾਲ ਆਪਾਂ ਕਹਿ ਸਕਦੇ ਹਾਂ ਸ਼੍ਰੀ ਗੁਰੂ ਹਰਰਾਏ ਜੀ ਦੀ ਜੇ ਗੱਲ ਕਰੀਏ, ਇਹਨਾਂ ਦੇ ਸਮਕਾਲੀਨ ਸੀ ਸ਼ਾਹਜਹਾਂ ਅਤੇ ਔਰੰਗਜ਼ੇਬ। ਠੀਕ ਹੈ, ਔਰੰਗਜ਼ੇਬ ਆ ਜਿਹੜੇ, ਦੇਖੋ ਔਰੰਗਜ਼ੇਬ ਵੈਸੇ ਤਾਂ ਇਹਨਾਂ ਨੇ, ਆਪਾਂ ਗੱਲ ਕਰਦੇ ਹਾਂ ਕਿ ਔਰੰਗਜ਼ੇਬ, ਇਸ ਦੇ ਬਾਰੇ ਆਪਾਂ ਚਲੋ ਫੇਰ ਹੀ ਡਿਟੇਲ ਦੇ ਵਿੱਚ ਗੱਲ ਕਰਾਂਗੇ। ਠੀਕ ਹੈ, ਜਦੋਂ ਆਪਾਂ ਗੁਰੂਆਂ ਬਾਰੇ ਮੈਂ ਤੁਹਾਨੂੰ MCQ ਕਰਵਾਵਾਂਗੀ ਉਸ ਟਾਈਮ ਆਪਾਂ ਡਿਟੇਲ ਦੇ ਵਿੱਚ ਇਹਨਾਂ ਰਾਜਿਆਂ ਦੇ ਨਾਲ ਵੀ ਰਿਲੇਟਿਡ ਗੱਲ ਕਰਾਂਗੇ। ਔਰੰਗਜ਼ੇਬ ਆ ਗਏ ਸੀ। ਔਰੰਗਜ਼ੇਬ ਆ ਜਿਹੜੇ, ਇਹ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਵੀ ਸਮਕਾਲੀਨ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਵੀ ਸਮਕਾਲੀਨ ਆ, ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਸਮਕਾਲੀਨ ਆ ਔਰੰਗਜ਼ੇਬ। ਔਰੰਗਜ਼ੇਬ ਦੇ ਬਾਰੇ ਤੁਸੀਂ ਸੁਣਿਆ ਹੋਣਾ, ਕਿੰਨਾ ਕੱਟੜ, ਆਪਾਂ ਕਹਿ ਸਕਦੇ ਹਾਂ ਕੱਟੜ ਮੁਸਲਮਾਨ ਸੀ ਇਹ। ਠੀਕ ਹੈ ਜੀ, ਇਹਨਾਂ ਨੇ ਆਪਣੇ ਜਿਹੜੇ ਧੱਕੇ ਨਾਲ ਬਣਾਉਣ ਲਈ, ਮਤਲਬ ਕਿ ਸਿੱਖਾਂ ਨੂੰ ਵੀ ਧੱਕੇ ਨਾਲ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਸੀ। ਇਹ ਮੁਗਲ ਵੰਸ਼ ਤੋਂ ਬਾਅਦ ਜਿਹੜੇ ਸਾਡੇ ਕੋਲੇ ਬਹਾਦਰ ਸ਼ਾਹ ਆਏ, ਜਹਾਂ ਸ਼ਾਹ ਆਏ, ਫਰਖੁਸ਼ੀਅਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਆਏ। ਠੀਕ ਹੈ, ਫਿਰ ਮੁਹੰਮਦ ਸ਼ਾਹ, ਬਹਾਦਰ ਸ਼ਾਹ ਜ਼ਫਰ, ਫਿਰ ਸਾਡੇ ਕੋਲੇ ਇਹ ਮਤਲਬ ਕਿ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ, ਜਾਂ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਤੋਂ ਬਾਅਦ, ਠੀਕ ਹੈ, ਬਹਾਦਰ ਸ਼ਾਹ ਜ਼ਫਰ ਤੋਂ ਬਾਅਦ ਔਰੰਗਜ਼ੇਬ ਬਾਰੇ ਜ਼ਰੂਰ ਪੜ੍ਹਨਾ ਚਾਹਾਂਗੇ। ਔਰੰਗਜ਼ੇਬ ਨੇ ਹਿੰਦੂਆਂ ਵਿਰੋਧ ਕੱਟੜ ਨੀਤੀ ਅਪਣਾਈ ਸੀ, ਪਰ ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦਰ ਜੀ ਨੂੰ 11 ਨਵੰਬਰ 1675 ਨੂੰ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਸੀ ਇਹਨਾਂ ਨੇ। ਤੇ 1707 ਈਸਵੀ ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹਨਾਂ ਦੇ ਉੱਤਰਾਧਿਕਾਰੀ ਬਹਾਦਰ ਸ਼ਾਹ ਨੇ ਸਿੱਖਾਂ ਨਾਲ ਮਿੱਤਰਤਾਪੂਰਨ ਸੰਬੰਧ ਰੱਖੇ। ਸਰਹੰਦ ਦਾ ਫੌਜਦਾਰ ਵਜ਼ੀਰ ਖਾਂ ਸੀ। ਵਜ਼ੀਰ ਖਾਂ ਨੇ ਪਠਾਨ ਦੇ ਪਠਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੋਰਾ ਖੋਪ ਦਿੱਤਾ ਸੀ। ਤੇ 1708 ਈਸਵੀ ਵਿੱਚ ਗੁਰੂ ਜੀ ਵੀ ਜੋਤੀ ਜੋਤ ਸਮਾ ਗਏ ਸੀ। ਉਸ ਤੋਂ ਬਾਅਦ ਸਾਡੇ ਕੋਲੇ ਕੁਝ ਲਹਿਰਾਂ ਸਥਾਪਿਤ ਹੋਈਆਂ ਸੀ, ਸਮਾਜਿਕ ਧਾਰਮਿਕ ਲਹਿਰਾਂ। ਭਗਤੀ ਲਹਿਰ ਆਈ। ਠੀਕ ਹੈ, ਜਿਹੜੀ ਭਗਤੀ ਲਹਿਰ ਆ, ਇਸ ਦੇ ਬਾਰੇ ਤੁਸੀਂ ਬਸ ਇਹਨਾਂ ਦੇ ਸੰਸਥਾਪਕਾਂ ਦੇ ਨਾਮ ਜ਼ਰੂਰ ਯਾਦ ਰੱਖ ਲੈਣਾ, ਹੀ ਪੁੱਛੇ ਜਾ ਸਕਦੇ ਆ। ਹਾਂਜੀ, ਭਗਤੀ ਲਹਿਰ ਦੇ ਪਹਿਲੇ ਭਗਤ ਆ ਜਿਹੜੇ ਉਹ ਹੋਏ ਸੀ ਰਾਮਾਨੁਜਨ, ਉਹਨਾਂ ਤੋਂ ਬਾਅਦ ਨਿਬਾਰਕ, ਫਿਰ ਮਾਧਵ, ਫਿਰ ਰਾਮਾਨੰਦ, ਫਿਰ ਬਲਬਾਚਾਰੀਆ, ਫਿਰ ਚੈਤਨਿਆ ਮਹਾਪ੍ਰਭੂ। ਇਹ ਆ ਜਿਹੜੇ ਕ੍ਰਿਸ਼ਨ ਦੇ ਭਗਤ ਸੀ ਸਾਰੇ। ਠੀਕ ਹੈ, ਫਿਰ ਮੀਰਾਬਾਈ, ਫਿਰ ਹੋਰ ਕੁਝ ਵੈਸ਼ਨਵ ਭਗਤ ਹੋਏ ਜੋ ਜੈਦੇਵ, ਤੁਲਸੀਦਾਸ, ਸੂਰਦਾਸ, ਸ਼ੰਕਰ ਦੇਵ, ਨਰਸਿਤ ਮਹਿਤਾ। ਠੀਕ ਹੈ, ਫਿਰ ਸੰਤ ਲਹਿਰ ਆ ਗਈ ਸੀ ਜਿਸ ਦੇ ਸੰਸਥਾਪਕ ਸੀ ਨਾਮਦੇਵ। ਠੀਕ ਹੈ ਜੀ, ਤੇ ਇਸ ਤੋਂ ਬਾਅਦ ਕਬੀਰ ਆਏ ਸੰਤ ਲਹਿਰ ਦੇ ਵਿੱਚ ਹੀ। ਠੀਕ ਹੈ, ਉਸ ਤੋਂ ਬਾਅਦ ਦਾਦੂ ਦਿਆਲ, ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ। ਜਿਹੜੇ ਸ਼੍ਰੀ ਗੁਰੂ ਨਾਨਕ ਦੇਵ ਜੀ ਸੀ, ਇਹਨਾਂ ਨੂੰ ਵੈਸੇ ਭਗਤੀ ਲਹਿਰ ਦੇ ਸੰਸਥਾਪਕ ਵੀ ਮੰਨਿਆ ਜਾਂਦਾ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। 1469 ਈਸਵੀ ਤੋਂ 1539 ਈਸਵੀ ਤੱਕ ਇਹਨਾਂ ਦੇ ਅਨੁਸਾਰ ਪਰਮਾਤਮਾ ਦੇ 2 ਰੂਪ ਸੀ, ਇੱਕ ਨਿਰਗੁਣ ਤੇ ਇੱਕ ਸਰਗੁਣ। ਇਹਨਾਂ ਨੇ 4 ਉਦਾਸੀਆਂ ਵੀ ਕੀਤੀਆਂ ਤੇ 1539 ਵਿੱਚ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ ਸੀ। ਫਿਰ ਦੱਖਣ ਵਿੱਚ ਨਵੀਆਂ ਤਾਕਤਾਂ ਦਾ ਉਥਾਨ ਹੋਇਆ। ਠੀਕ ਹੈ, ਉਸ ਤੋਂ ਬਾਅਦ ਜਿੱਤਾਂ ਸ਼ੁਰੂ ਹੋ ਗਈਆਂ ਸੀ, ਜਿਵੇਂ ਕਿ ਆਪਾਂ ਸਾਰੇ ਮੁਗਲ ਸ਼ਾਸਕਾਂ ਬਾਰੇ ਕਰ ਚੁੱਕੇ ਹਾਂ, ਉਹਨਾਂ ਬਾਰੇ ਹੀ ਆ। ਠੀਕ ਹੈ ਜੀ, ਤੇ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੀ, ਮੈਂ ਤੁਹਾਨੂੰ ਜਿਵੇਂ ਕਿ ਅੱਗੇ ਵੀ ਦੱਸਿਆ ਸੀ, ਉਸ ਤੋਂ ਬਾਅਦ ਮੁਸਲਮਾਨ ਹੀ ਸਾਰੇ ਆ ਗਏ ਸੀਗੇ। ਤੇ ਇਸ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਕੱਲੇ ਰਾਜੇ ਦੇ ਨਾਲ ਰਿਲੇਟਿਡ ਜੋ MCQ ਕਰਨ ਵਾਲੀਆਂ ਇੰਪੋਰਟੈਂਟ, ਠੀਕ ਹੈ, ਤੁਸੀਂ ਦੇਖ ਸਕਦੇ ਹੋ ਸਾਰੇ ਹੀ ਰਾਜਿਆਂ ਦੇ ਨਾਲ ਰਿਲੇਟਿਡ ਆ। ਤੇ ਜਿਹੜੇ ਇੰਪੋਰਟੈਂਟ MCQ ਬਣ ਸਕਦੇ ਆ ਅਸੀਂ ਉਹੀ ਕਰਾਂਗੇ। ਠੀਕ ਹੈ, ਜੋ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਬਣ ਸਕਦੇ ਆ। ਫਿਰ ਸਾਡਾ ਸਿੱਖ ਇਤਿਹਾਸ ਆਇਆ, ਜਿਸ ਦੇ ਵਿੱਚ ਸਾਡੇ ਕੋਲ ਸ਼੍ਰੀ ਗੁਰੂ ਨਾਨਕ ਦੇਵ ਜੀ ਇੰਪੋਰਟੈਂਟ ਆ, ਜਿਨ੍ਹਾਂ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ, ਜਿਹੜੀ ਕਿ ਹੁਣ ਪਾਕਿਸਤਾਨ ਦੇ ਵਿੱਚ ਆ, ਨਨਕਾਣਾ ਸਾਹਿਬ ਵਿਖੇ ਇਹਨਾਂ ਦਾ ਜਨਮ ਹੋਇਆ। ਇਹਨਾਂ ਦੇ ਮਾਤਾ ਦਾ ਨਾਮ ਸੀ ਮਾਤਾ ਤ੍ਰਿਪਤਾ, ਪਿਤਾ ਦਾ ਨਾਮ ਸੀ ਮਹਿਤਾ ਕਾਲੂ, ਭੈਣ ਦਾ ਨਾਮ ਸੀ ਬੀਬੀ ਨਾਨਕੀ। ਠੀਕ ਹੈ, ਤੇ ਇਹਨਾਂ ਦੀ ਪਤਨੀ ਦਾ ਨਾਮ ਸੀ ਸੁਲੱਖਣੀ ਦੇਵੀ। ਤੇ ਦੌਲਤ ਖਾਂ ਲੋਧੀ ਦੇ ਇਹਨਾਂ ਨੇ ਕੀ ਕੀਤਾ ਸੀ ਕਿ ਇਹਨਾਂ ਨੂੰ ਮੋਦੀਖਾਨੇ ਦੇ ਵਿੱਚ ਨੌਕਰੀ ਕਰਨ ਲਈ ਭੇਜ ਦਿੱਤਾ ਗਿਆ ਸੀ, ਜਿੱਥੇ ਇਹਨਾਂ ਨੇ ਕਾਲੀ ਬੇਈ ਨਦੀ ਦੇ ਵਿੱਚ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਇਹਨਾਂ ਨੇ ਆਪਣੀਆਂ ਯਾਤਰਾਵਾਂ ਸ਼ੁਰੂ ਕੀਤੀਆਂ ਸੀ 1499 ਈਸਵੀ ਦੇ ਵਿੱਚ। ਗਿਆਨ ਦੀ ਪ੍ਰਾਪਤੀ ਤੋਂ ਬਾਅਦ, ਗਿਆਨ ਦੀ ਪ੍ਰਾਪਤੀ ਕਦੋਂ ਹੋਈ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ? 1499 ਵਿੱਚ। ਇਹਨਾਂ ਨੇ 4 ਉਦਾਸੀਆਂ ਕੀਤੀਆਂ
1521 ਦੇ ਵਿੱਚ ਰਾਵੀ ਦੇ ਕੰਢੇ ਤੇ ਕਰਤਾਰਪੁਰ ਨਗਰ ਦੀ ਇਹਨਾਂ ਨੇ ਨੀਂਹ ਵੀ ਰੱਖੀ। ਵੈਰੀ ਇੰਪੋਰਟੈਂਟ ਨਗਰ ਜਿਹੜਾ ਵਾ ਅਕਸਰ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਕਿ ਕਿਹੜੇ ਸ਼ਹਿਰ ਦੀ ਸਥਾਪਨਾ ਕਿਹੜੇ ਗੁਰੂ ਸਾਹਿਬਾਨ ਨੇ ਕੀਤੀ। ਇੱਕ MCQ ਜ਼ਰੂਰ ਪੁੱਛਿਆ ਜਾਂਦਾ ਤੇ ਤੁਸੀਂ ਸਾਰੇ ਹੀ ਗੁਰੂ ਸਾਹਿਬਾਨਾਂ ਨੇ ਕਿਹੜੇ ਨਗਰ ਦੀ ਸਥਾਪਨਾ ਕੀਤੀ ਇਹ ਯਾਦ ਰੱਖਣਾ, ਠੀਕ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਥਾਪਨਾ ਕੀਤੀ ਸੀ ਕਰਤਾਰਪੁਰ ਨਗਰ ਦੀ। ਸੰਗਤ ਪੰਗਤ ਦੀ ਪ੍ਰਥਾ ਚਲਾਈ ਸੀ। 1539 ਵਿੱਚ ਜੋਤੀ ਜੋਤ ਸਮਾ ਗਏ ਸੀ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੇ ਆਪਣਾ ਉੱਤਰਾਧਿਕਾਰੀ ਥਾਪਿਆ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ। ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਮ ਭਾਈ ਲਹਿਣਾ ਜੀ ਸੀ, ਠੀਕ ਹੈ। ਇਹਨਾਂ ਹਾਂਜੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਹੋਇਆ। ਇਹਨਾਂ ਦੇ ਮਾਤਾ ਦਾ ਨਾਮ ਸੀਗਾ ਮਾਤਾ ਦਿਆ ਕੌਰ ਤੇ ਇਹਨਾਂ ਦੇ ਪਿਤਾ ਦਾ ਨਾਮ ਸੀ ਭਾਈ ਫੇਰੂ। ਇਹਨਾਂ ਦੀ ਪਤਨੀ ਦਾ ਨਾਮ ਸੀ ਬੀਬੀ ਖੀਵੀ। ਇਹਨਾਂ ਦੇ ਸਪੁੱਤਰ ਸੀਗੇ ਦਾਤੂ ਅਤੇ ਦਾਸੂ, 2 ਸਪੁੱਤਰ ਸੀ, 1 ਸਪੁੱਤਰੀ ਸੀ ਬੀਬੀ ਅਮਰੋ, ਠੀਕ ਹੈ। ਇਹ ਜਿਹੜੇ ਗੁਰਗੱਦੀ ਤੇ ਬੈਠੇ ਸੀ ਗੁਰੂ ਜੀ 1539 ਤੋਂ 1552 ਤੱਕ। ਇਹਨਾਂ ਨੇ ਗੁਰਮੁਖੀ ਲਿਪੀ ਦੀ ਖੋਜ ਕੀਤੀ ਸੀ। ਇਸ ਤੋਂ ਇਲਾਵਾ ਇਹਨਾਂ ਨੇ ਸ਼ਹਿਰ ਵਸਾਇਆ ਸੀ ਖੰਡੂਰ ਸਾਹਿਬ, ਠੀਕ ਹੈ, ਜਿਹੜਾ ਜ਼ਿਲ੍ਹੇ ਤਰਨ ਤਾਰਨ ਦੇ ਵਿੱਚ ਪੈਂਦਾ ਵਾ। ਇਹਨਾਂ ਦੇ ਸਮੇਂ ਮੁਗਲ ਬਾਦਸ਼ਾਹ ਸੀ ਹਿਮਾਂਜੂ ਅਤੇ ਸ਼ੇਰ ਸ਼ਾਹ ਸੂਰੀ। ਇਹਨਾਂ ਦੇ ਉੱਤਰਾਧਿਕਾਰੀ ਬਣੇ ਸੀ ਸ਼੍ਰੀ ਗੁਰੂ ਅਮਰਦਾਸ ਜੀ। ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ ਨੂੰ ਹੋਇਆ, ਠੀਕ ਹੈ ਜੀ। 1479 ਈਸਵੀ ਨੂੰ ਬਾਸਰਖੇ ਵਿਖੇ ਹੋਇਆ ਸੀ। ਬਾਸਰਖੇ ਜਿਹੜਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦਾ। ਇਹਨਾਂ ਦੀ ਮਾਤਾ ਦਾ ਨਾਮ ਸੀ ਬਖਤ ਕੌਰ ਤੇ ਇਹਨਾਂ ਦੇ ਪਿਤਾ ਦਾ ਨਾਮ ਸੀ ਤੇਜਭਾਨ ਜੀ। ਇਹਨਾਂ ਦੀ ਪਤਨੀ ਦਾ ਨਾਮ ਸੀ ਮਾਨਸਾ ਦੇਵੀ। ਇਹਨਾਂ ਦੇ 2 ਸਪੁੱਤਰ ਅਤੇ 2 ਸਪੁੱਤਰੀਆਂ ਸੀ। ਸਪੁੱਤਰ ਸੀ ਬਾਬਾ ਮੋਹਰੀ ਅਤੇ ਮੋਹਨ ਅਤੇ ਸਪੁੱਤਰੀਆਂ ਦੇ ਨਾਮ ਸੀ ਬੀਬੀ ਦਾਨੀ ਅਤੇ ਬੀਬੀ ਭਾਨੀ। ਇਹਨਾਂ ਦਾ ਗੁਰਗੱਦੀ ਸਮਾਂ ਸੀ 1552 ਤੋਂ 1574 ਤੇ ਇਹਨਾਂ ਨੇ ਮੰਜੀ ਪ੍ਰਥਾ ਸ਼ੁਰੂ ਕੀਤੀ ਸੀ। 22 ਮੰਜੀਆਂ ਇਹਨਾਂ ਨੇ ਸਥਾਪਿਤ ਕੀਤੀਆਂ ਸੀ। ਉਹਨਾਂ ਦਾ ਅਰਥ ਕੀ ਸੀ ਕਿ ਗੁਰੂ ਜੀ ਕਾਫੀ ਹੀ ਜ਼ਿਆਦਾ ਬਜ਼ੁਰਗ ਸੀ ਤੇ ਸਿੱਖ ਧਰਮ ਦਾ ਪ੍ਰਚਾਰ ਜਗ੍ਹਾ ਜਗ੍ਹਾ ਜਾ ਕੇ ਨਹੀਂ ਕਰ ਸਕਦੇ ਸੀ, ਤਾਂ ਇਹਨਾਂ ਨੇ 22 ਮੰਜੀਆਂ ਸਥਾਪਿਤ ਕੀਤੀਆਂ ਸੀ, ਜਿਨ੍ਹਾਂ ਦਾ ਇੱਕ ਪ੍ਰਮੁੱਖ ਮੰਜੀਦਾਰ ਹੁੰਦਾ ਸੀ, ਜਿਹੜੀਆਂ ਕਿ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਸੀ ਤੇ ਉਹ ਸਿੱਖ ਧਰਮ ਦਾ ਪ੍ਰਚਾਰ ਕਰਦੇ ਸੀ, ਠੀਕ ਹੈ। ਇਹਨਾਂ ਨੇ ਰਚਨਾ ਕੀਤੀ ਸੀ ਆਨੰਦ ਸਾਹਿਬ ਦੀ। ਇਹਨਾਂ ਨੇ ਸ਼ਹਿਰ ਵਸਾਇਆ ਸੀ ਗੋਇੰਦਵਾਲ ਸਾਹਿਬ ਤੇ ਇਹਨਾਂ ਨੇ ਨਿਰਮਾਣ ਕਰਵਾਇਆ ਸੀ ਗੋਇੰਦਵਾਲ ਦੇ ਵਿੱਚ ਵੌਲੀ ਸਾਹਿਬ ਦਾ ਤੇ ਇਹਨਾਂ ਨੇ ਪ੍ਰਚਾਰ ਕੀਤਾ ਸੀ ਸੰਗਤ ਤੋਂ ਪਹਿਲਾਂ ਪੰਗਤ ਦਾ। ਇਹਨਾਂ ਦੇ ਸਮੇਂ ਮੁਗਲ ਬਾਦਸ਼ਾਹ ਸੀ ਅਕਬਰ। ਇਹਨਾਂ ਦਾ ਉੱਤਰਾਧਿਕਾਰੀ ਬਣੇ ਸੀ ਸ਼੍ਰੀ ਗੁਰੂ ਰਾਮਦਾਸ ਜੀ। ਸ਼੍ਰੀ ਗੁਰੂ ਰਾਮਦਾਸ ਜੀ, ਠੀਕ ਹੈ, ਸ਼੍ਰੀ ਗੁਰੂ ਰਾਮਦਾਸ, ਜਿੱਥੇ ਬਾਈ ਮਿਸਟੇਕ ਗਲਤ ਲਿਖਿਆ ਹੈ ਸ਼੍ਰੀ ਗੁਰੂ ਰਾਮਦਾਸ ਜੀ। ਸ਼੍ਰੀ ਗੁਰੂ ਰਾਮਦਾਸ ਜੀ ਦਾ ਪੁਰਾਣਾ ਨਾਮ ਸੀ ਭਾਈ ਜੇਠਾ ਜੀ। ਇਹ ਤੁਹਾਨੂੰ ਮੇਨ ਆ ਜਿਹੜਾ ਤੁਹਾਨੂੰ ਯਾਦ ਹੋਣਾ ਚਾਹੀਦਾ। ਸ਼੍ਰੀ ਗੁਰੂ ਰਾਮਦੇਵ ਜੀ ਦਾ ਜਨਮ 24 ਸਤੰਬਰ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਵਿਖੇ ਸੋਢੀ ਪਰਿਵਾਰ ਦੇ ਵਿੱਚ ਹੋਇਆ। ਇਹਨਾਂ ਦੀ ਮਾਤਾ ਦਾ ਨਾਮ ਮਾਤਾ ਦਿਆ ਕੌਰ, ਪਿਤਾ ਹਰੀਦਾਸ ਜੀ ਸੀ। ਇਹਨਾਂ ਦੀ ਪਤਨੀ ਸੀ ਬੀਬੀ ਭਾਨੀ। ਇਹਨਾਂ ਦੇ ਪੁੱਤਰ ਦਾ ਨਾਮ ਸੀ ਪ੍ਰਿਥੀ ਚੰਦ, ਮਹਾਦੇਵ ਅਤੇ ਅਰਜੁਨ ਦੇਵ। ਇਹਨਾਂ ਦਾ ਗੁਰਗੱਦੀ ਸਮਾਂ ਸੀ 1574 ਤੋਂ 1581। ਇਹਨਾਂ ਨੇ ਆਰੰਭ ਕੀਤੀ ਸੀ ਮਸੰਦ ਪ੍ਰਥਾ, ਜਿਸ ਨੂੰ ਅੱਗੇ ਜਾ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕਰ ਦਿੱਤਾ ਸੀ। ਇਹਨਾਂ ਦੇ ਜਿਹੜੇ ਵਿਸ਼ੇਸ਼ ਚੇਲੇ ਸੀਗੇ ਉਹ ਸੀ ਭਾਈ ਗੁਰਦਾਸ ਜੀ। ਇਹਨਾਂ ਨੇ ਰਚਨਾ ਕੀਤੀ ਸੀ 30 ਵੱਖ-ਵੱਖ ਰਾਗਾਂ ਦੇ ਵਿੱਚ 638 ਮੰਤਰ, ਲਾਵਾਂ, ਘੋੜੀਆਂ ਦੀ। ਇਹਨਾਂ ਨੇ ਸ਼ਹਿਰ ਵਸਾਇਆ ਸੀ ਅੰਮ੍ਰਿਤਸਰ, ਜਿਸ ਦਾ ਨਾਮ ਆ ਪੁਰਾਣਾ ਗੁਰੂ ਕਾ ਚੱਕ ਜਾਂ ਫਿਰ ਰਾਮਦਾਸਪੁਰਾ। ਇਹਨਾਂ ਦੇ ਸਮੇਂ ਮੁਗਲ ਬਾਦਸ਼ਾਹ ਸੀ ਅਕਬਰ। ਇਹਨਾਂ ਦੇ ਉੱਤਰਾਧਿਕਾਰੀ ਬਣੇ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ। ਇਹਨਾਂ ਦੇ ਤੀਜੇ ਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਵਿਖੇ ਹੋਇਆ ਸੀ, ਠੀਕ ਹੈ। ਤੇ ਇਹਨਾਂ ਦੀ ਮਾਤਾ ਦਾ ਨਾਮ ਸੀ ਬੀਬੀ ਭਾਨੀ। ਇਹਨਾਂ ਦੇ ਪਿਤਾ ਦਾ ਨਾਮ ਸੀ ਸ਼੍ਰੀ ਗੁਰੂ ਰਾਮਦਾਸ ਜੀ। ਇਹਨਾਂ ਦੀ ਪਤਨੀ ਦਾ ਨਾਮ ਸੀ ਮਾਤਾ ਗੰਗਾ। ਇਹਨਾਂ ਦੇ ਪੁੱਤਰ ਦਾ ਨਾਮ ਸੀ ਹਰਗੋਬਿੰਦ ਜੀ। ਇਹਨਾਂ ਦੀ ਗੁਰਗੱਦੀ ਦਾ ਸਮਾਂ ਸੀ 1581 ਤੋਂ 1606 ਈਸਵੀ। ਇਹਨਾਂ ਨੇ ਜਿਹੜਾ ਸੰਪੂਰਨ ਕਰਵਾਇਆ ਸੀ ਅੰਮ੍ਰਿਤਸਰ ਸਰੋਵਰ ਦਾ ਨਿਰਮਾਣ ਪੂਰਾ ਕਰਵਾਇਆ ਸੀ, ਠੀਕ ਹੈ। ਸੰਤੋਖਸਰ ਅਤੇ ਰਾਮਸਰ ਸਰੋਵਰ ਪੂਰੇ ਕਰਵਾਏ ਸੀ। ਇਹਨਾਂ ਨੇ ਉਸਾਰੀ ਕੀਤੀ ਸੀ ਹਰਿਮੰਦਰ ਸਾਹਿਬ ਦੀ ਤੇ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਲਈ ਇਹਨਾਂ ਨੇ ਮੁਸਲਿਮ ਸੂਫੀ ਸੰਤ ਮੀਆਂ ਮੀਰ ਜੀ ਨੂੰ ਸੱਦਾ ਭੇਜਿਆ ਸੀ, ਠੀਕ ਹੈ। ਤੇ ਇਹਨਾਂ ਨੇ ਆਦਿ ਗ੍ਰੰਥ ਦੀ ਰਚਨਾ ਕੀਤੀ। ਆਦਿ ਗ੍ਰੰਥ ਦੀ ਰਚਨਾ ਇਹਨਾਂ ਨੇ 1604 ਈਸਵੀ ਦੇ ਵਿੱਚ ਕੀਤੀ ਸੀ। ਆਪਾਂ ਕਹਿ ਸਕਦੇ ਇਹਨਾਂ ਨੇ ਆਦਿ ਗ੍ਰੰਥ ਸਾਹਿਬ ਤਿਆਰ ਕਰਵਾਇਆ ਸੀ 1604 ਈਸਵੀ ਵਿੱਚ। ਆਦਿ ਗ੍ਰੰਥ ਨੂੰ ਲਿਖਿਆ ਕਿਹਨਾਂ ਨੇ ਸੀ? ਭਾਈ ਗੁਰਦਾਸ ਜੀ ਨੇ। ਤੇ ਇਹਨਾਂ ਨੇ ਸੁਖਮਣੀ ਸਾਹਿਬ ਜੀ ਦੀ ਰਚਨਾ ਕੀਤੀ।
ਇਹਨਾਂ ਨੇ ਸ਼ਹਿਰ ਵਸਾਇਆ ਸੀ ਤਰਨ ਤਾਰਨ ਅਤੇ ਕਰਤਾਰਪੁਰ। ਠੀਕ ਹੈ, ਅੱਜ ਕੱਲ੍ਹ ਇਹ ਦੋਵੇਂ ਜਲੰਧਰ ਦੇ ਵਿੱਚ ਪੈਂਦੇ ਆ। ਠੀਕ ਹੈ, ਦੋਵੇਂ ਨਹੀਂ ਕਹਿ ਸਕਦੇ, ਕਰਤਾਰਪੁਰ ਆ ਜਿਹੜਾ ਜਲੰਧਰ ਵਾਲਾ ਕਰਤਾਰਪੁਰ ਦੀ ਗੱਲ ਕਰ ਰਹੇ ਹਾਂ। ਅਤੇ ਇਸ ਤੋਂ ਬਾਅਦ ਇਹਨਾਂ ਨੇ ਆਪਾਂ ਕਹਿ ਸਕਦੇ ਹਾਂ ਇਹਨਾਂ ਨੇ ਦਸਵੰਧ ਜਾਰੀ ਕੀਤਾ ਸੀ। ਦਸਵੰਧ ਕਿਹਨਾਂ ਨੇ ਜਾਰੀ ਕੀਤਾ ਸੀ? ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਇਹਨਾਂ ਦੇ ਸਮੇਂ ਮੁਗਲ ਬਾਦਸ਼ਾਹ ਸੀ ਅਕਬਰ ਤੇ ਜਹਾਂਗੀਰ। ਇਹਨਾਂ ਦੇ ਉੱਤਰਾਧਿਕਾਰੀ ਸੀ ਸ਼੍ਰੀ ਗੁਰੂ ਹਰਗੋਬਿੰਦ ਜੀ ਤੇ ਜੋਤੀ ਜੋਤ 1606 ਦੇ ਵਿੱਚ ਸਮਾਏ ਸੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤੇ ਮੁਗਲਾਂ ਹੱਥੋਂ ਸ਼ਹੀਦੀ ਪਾਉਣ ਵਾਲੇ ਇਹ ਪਹਿਲੇ ਸਿੱਖ ਹੋਏ ਸੀ। ਅੱਗੇ ਆ ਇਹਨਾਂ ਦੇ ਉੱਤਰਾਧਿਕਾਰੀ ਬਣੇ ਸੀ ਸ਼੍ਰੀ ਗੁਰੂ ਹਰਗੋਬਿੰਦ ਜੀ। ਸ਼੍ਰੀ ਗੁਰੂ ਹਰਗੋਬਿੰਦ ਜੀ ਸਿੱਖਾਂ ਦੇ 6ਵੇਂ ਗੁਰੂ ਸਨ। ਇਹਨਾਂ ਦਾ ਜਨਮ ਹੋਇਆ ਸੀ 19 ਜੂਨ 1595 ਈਸਵੀ ਦੇ ਵਿੱਚ। ਠੀਕ ਹੈ ਜੀ, ਇਹਨਾਂ ਦੇ ਪਿਤਾ ਦਾ ਨਾਮ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਦਾ ਨਾਮ ਮਾਤਾ ਗੰਗਾ ਜੀ ਸੀ। ਇਹਨਾਂ ਦੀ ਪਤਨੀ ਸੀ ਮਾਤਾ ਦਮੋਦਰੀ। ਵੈਸੇ ਕਿਸੇ ਬੁੱਕ ਦੇ ਵਿੱਚ ਤੁਹਾਨੂੰ ਮਾਤਾ ਮਰਵਾਹੀ ਵੀ ਲਿਖਿਆ ਮਿਲੇਗਾ, ਕਿਸੇ ਬੁੱਕ ਦੇ ਵਿੱਚ ਤੁਹਾਨੂੰ ਮਾਤਾ ਨਾਨਕੀ ਵੀ ਲਿਖਿਆ ਮਿਲੇਗਾ। ਠੀਕ ਹੈ, ਇਹਨਾਂ ਦੇ ਸਪੁੱਤਰ ਅਤੇ ਸਪੁੱਤਰੀਆਂ ਦੇ ਨਾਮ ਆ। ਸਪੁੱਤਰ ਸੀ ਇਹਨਾਂ ਦੇ ਗੁਰਦਿੱਤਾ, ਅਨੀ ਰਾਏ, ਸੂਰਜਮਲ, ਅਟਲ ਰਾਏ ਅਤੇ ਤੇਗ ਬਹਾਦਰ। ਠੀਕ ਹੈ, ਕਿੰਨੇ ਪੁੱਤਰ ਸੀ ਇਹਨਾਂ ਦੇ? 5। ਗੁਰਦਿੱਤਾ, ਅਨੀ ਰਾਏ, ਸੂਰਜਮਲ, ਅਟਲ ਰਾਏ ਤੇ ਤੇਗ ਬਹਾਦਰ। ਇਹਨਾਂ ਦੀ ਸਪੁੱਤਰੀ ਸੀ ਬੀਬੀ ਵੀਰੋ। ਠੀਕ ਹੈ ਜੀ, ਤੇ ਇਹਨਾਂ ਦਾ ਗੁਰਗੱਦੀ ਸਮਾਂ ਸੀ 1606 ਤੋਂ 1644। ਇਹਨਾਂ ਨੇ ਮੀਰੀ ਅਤੇ ਪੀਰੀ ਦੀ ਨੀਤੀ ਅਪਣਾਈ ਸੀ। ਇਹਨਾਂ ਨੇ ਬੰਦੀ ਛੋੜ ਦੇ ਮਤਲਬ ਇਹਨਾਂ ਨੂੰ ਬੰਦੀ ਛੋੜ ਬਾਬਾ ਵੀ ਕਿਹਾ ਜਾਂਦਾ ਹੈ। ਠੀਕ ਹੈ, ਤੇ ਇਹਨਾਂ ਨੇ ਉਸਾਰੀ ਕਰਵਾਈ ਸੀਗੀ ਅਕਾਲ ਤਖਤ ਦੀ ਹਰਿਮੰਦਰ ਸਾਹਿਬ ਦੇ ਸਾਹਮਣੇ। ਇਹਨਾਂ ਨੇ ਅੰਮ੍ਰਿਤਸਰ ਕਿਲੇ ਦਾ ਨਿਰਮਾਣ ਕਰਵਾਇਆ ਸੀ ਜਿਸ ਨੂੰ ਲੋਹਗੜ੍ਹ ਕਹਿੰਦੇ ਆ। ਇਹਨਾਂ ਨੇ ਕੀਰਤਪੁਰ ਸ਼ਹਿਰ ਵਸਾਇਆ ਸੀ। ਇਹਨਾਂ ਦੇ ਸਮੇਂ ਮੁਗਲ ਬਾਦਸ਼ਾਹ ਸੀ ਜਹਾਂਗੀਰ ਅਤੇ ਸ਼ਾਹਜਹਾਂ। ਇਹਨਾਂ ਦੇ ਉੱਤਰਾਧਿਕਾਰੀ ਬਣੇ ਸੀ ਗੁਰੂ ਹਰ ਰਾਏ ਜੀ। ਗੁਰੂ ਹਰ ਰਾਏ ਜੀ ਦੀ ਗੱਲ ਕਰੀਏ ਤਾਂ ਸ਼੍ਰੀ ਗੁਰੂ ਹਰ ਰਾਏ ਜੀ ਦਾ ਜਨਮ 16 ਜਨਵਰੀ 1630 ਨੂੰ ਕੀਰਤਪੁਰ ਵਿਖੇ ਹੋਇਆ। ਇਹਨਾਂ ਦੀ ਮਾਤਾ ਦਾ ਨਾਮ ਸੀ ਮਾਤਾ ਅਨੰਤੀ ਅਤੇ ਪਿਤਾ ਦਾ ਨਾਮ ਸੀ ਬਾਬਾ ਗੁਰਦਿੱਤਾ। ਠੀਕ ਹੈ, ਬਾਬਾ ਗੁਰਦਿੱਤਾ। ਇਹਨਾਂ ਦੀ ਪਤਨੀ ਦਾ ਨਾਮ ਸੀ ਬੀਬੀ ਸੁਲੱਖਣੀ। ਇਹਨਾਂ ਦੇ ਸਪੁੱਤਰ ਦਾ ਨਾਮ ਸੀ ਰਾਮ ਰਾਏ ਅਤੇ ਹਰਕ੍ਰਿਸ਼ਨ। ਇਹਨਾਂ ਦੀ ਗੁਰਗੱਦੀ ਸਮਾਂ ਸੀਗਾ 1644 ਤੋਂ 1661 ਈਸਵੀ। ਇਹਨਾਂ ਨੇ ਇੱਕ ਬੱਚੇ ਦਾ ਨਾਮ ਫੂਲ ਰੱਖਿਆ ਸੀ ਜੋ ਪਟਿਆਲਾ, ਨਾਭਾ ਤੇ ਜੀਂਦ ਦਾ ਬਾਣੀ ਬਣਿਆ ਸੀ। ਠੀਕ ਹੈ, ਤੇ ਇਹਨਾਂ ਨੇ ਆਸ਼ੀਰਵਾਦ ਦਿੱਤਾ ਸੀਗਾ ਦਾਰਾ ਸ਼ਿਕੋਹ ਨੂੰ। ਇਹ ਪੁੱਛਿਆ ਜਾ ਸਕਦਾ ਐਗਜ਼ਾਮ ਦੇ ਵਿੱਚ, ਜਿਹੜਾ ਕਿ ਸ਼ਾਹਜਹਾਂ ਦਾ ਵੱਡਾ ਪੁੱਤਰ ਸੀ। ਤੇ ਇਹਨਾਂ ਦੇ ਸਮੇਂ ਮੁਗਲ ਬਾਦਸ਼ਾਹ ਸੀ ਸ਼ਾਹਜਹਾਂ ਤੇ ਔਰੰਗਜ਼ੇਬ। ਇਹਨਾਂ ਦੇ ਉੱਤਰਾਧਿਕਾਰੀ ਬਣੇ ਸੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਤੇ ਇਹਨਾਂ ਦਾ ਜੋਤੀ ਜੋਤ ਸਮਾਂ ਸੀ 1661 ਈਸਵੀ ਵਿੱਚ ਕੀਰਤਪੁਰ ਸਾਹਿਬ। ਠੀਕ ਹੈ, ਉਸ ਤੋਂ ਬਾਅਦ ਇਹਨਾਂ ਦੇ ਉੱਤਰਾਧਿਕਾਰੀ ਬਣੇ ਸੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ। ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਵਿਖੇ ਹੋਇਆ। ਇਹਨਾਂ ਦੀ ਮਾਤਾ ਦਾ ਨਾਮ ਮਾਤਾ ਸੁਲੱਖਣੀ ਅਤੇ ਪਿਤਾ ਦਾ ਨਾਮ ਸ਼੍ਰੀ ਗੁਰੂ ਹਰ ਰਾਏ ਜੀ ਸੀ। ਇਹਨਾਂ ਦਾ ਗੁਰਗੱਦੀ ਸਮਾਂ ਸੀ 1661 ਤੋਂ 1664 ਈਸਵੀ। ਇਹਨਾਂ ਨੂੰ ਬਾਲ ਪੀਰ ਮੰਨਿਆ ਜਾਂਦਾ। ਤੇ ਇਹ ਜੇ ਆਪਾਂ ਕਹਿ ਸਕਦੇ ਹਾਂ ਜਦੋਂ ਇਹ ਦਿੱਲੀ ਗਏ ਸੀ ਨਾ, ਦਿੱਲੀ, ਤਾਂ ਇਹ ਅੰਬੇਰ ਦੇ ਰਾਜਾ ਰਾਏ ਸਿਨ੍ਹਾ ਦੇ ਕਹਿਣ ਤੇ ਮਿਰਜ਼ਾ ਜੈ ਸਿੰਘ ਰਾਏ ਸਿਨ੍ਹਾ ਦੇ ਘਰ ਰੁਕੇ ਸੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ। ਇਹਨਾਂ ਦੇ ਸਮੇਂ ਮੁਗਲ ਬਾਦਸ਼ਾਹ ਸੀ ਔਰੰਗਜ਼ੇਬ। ਇਹਨਾਂ ਦਾ ਜੋਤੀ ਜੋਤ ਸਮਾਂ ਸੀ 1664 ਈਸਵੀ ਤੇ ਇਹਨਾਂ ਦੇ ਉੱਤਰਾਧਿਕਾਰੀ ਬਣੇ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ। ਇਹਨਾਂ ਦੀ ਮਾਤਾ ਦਾ ਨਾਮ ਸੀ ਮਾਤਾ ਨਾਨਕੀ, ਪਿਤਾ ਦਾ ਨਾਮ ਸੀ ਸ਼੍ਰੀ ਗੁਰੂ ਹਰਗੋਬਿੰਦ ਜੀ। ਇਹਨਾਂ ਦੀ ਪਤਨੀ ਦਾ ਨਾਮ ਸੀ ਬੀਬੀ ਗੁਜਰੀ। ਇਹਨਾਂ ਦੇ ਸਪੁੱਤਰ ਸੀ ਗੋਬਿੰਦ ਰਾਏ ਜਾਣੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਇਹਨਾਂ ਦੀ ਗੁਰਗੱਦੀ ਸਮਾਂ ਸੀ 1664 ਤੋਂ 1675 ਈਸਵੀ। ਇਹਨਾਂ ਨੇ ਸਥਾਪਿਤ ਕੀਤਾ ਸੀ ਅਨੰਦਪੁਰ ਸਾਹਿਬ ਜਾਣੀ ਕਿ ਚੱਕ ਨਾਨਕੀ, ਜਿਸ ਦਾ ਪੁਰਾਣਾ ਨਾਮ ਸੀ। ਸ਼ਹਿਰ ਕਿਹੜਾ ਵਸਾਇਆ ਇਹਨਾਂ ਨੇ? ਅਨੰਦਪੁਰ ਸਾਹਿਬ, ਜਿਸ ਦਾ ਪੁਰਾਣਾ ਨਾਮ ਸੀ ਚੱਕ ਨਾਨਕੀ। ਇਹਨਾਂ ਦੇ ਸਮੇਂ ਮੁਗਲ ਬਾਦਸ਼ਾਹ ਸੀ ਔਰੰਗਜ਼ੇਬ। ਇਹਨਾਂ ਨੂੰ ਹਿੰਦ ਦੀ ਚਾਦਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਠੀਕ ਹੈ, ਤੇ ਇਹਨਾਂ ਨੇ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਤੇ ਸਮਾਣਾ ਦੇ ਇਹਨਾਂ ਦੀ ਜਿਹੜੀ ਸ਼ਹੀਦੀ ਦੀ ਗੱਲ ਕਰੀਏ, ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਤੇ ਸਮਾਣਾ ਦੇ ਜਲਾਲਉੱਦੀਨ ਨੇ ਕੁਹਾੜੇ ਨਾਲ ਚਾਂਦਨੀ ਚੌਂਕ ਵਿੱਚ ਇਹਨਾਂ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ ਸੀ। ਠੀਕ ਹੈ, ਤੇ ਜਿੱਥੇ ਇਹਨਾਂ ਦੀ ਸ਼ਹੀਦੀ ਹੋਈ ਸੀ ਤੇ ਉੱਥੇ ਸਰਦਾਰ ਬੰਗੇਲ ਸਿੰਘ ਨੇ ਗੁਰਦੁਆਰਾ ਸ਼ੀਸ਼ਗੰਜ ਬਣਵਾਇਆ। ਠੀਕ ਹੈ, ਤੇ ਲੱਖੀ ਸਾਹ ਲੁਬਾਣਾ ਨੇ ਆਪਣੀ ਝੋਪੜੀ ਦੇ ਵਿੱਚ
ਇਸ ਤੋਂ ਇਲਾਵਾ ਲੱਖੀ ਸਾਹਲਵਾਣਾ ਨੇ ਇਹਨਾਂ ਦੀ ਪਵਿੱਤਰ ਧੜ ਦਾ ਆਪਣੀ ਝੋਪੜੀ ਦੇ ਵਿੱਚ ਸੰਸਕਾਰ ਕੀਤਾ ਸੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਰਕਾਬਗੰਜ ਬਣਿਆ ਹੋਇਆ ਵਾ। ਤੇ ਇਹਨਾਂ ਦੇ ਸਿਰ ਨੂੰ ਭਾਈ ਜਾਣੀ ਕਿ ਇਹਨਾਂ ਦੇ ਸੀਸ ਨੂੰ ਭਾਈ ਜੇਤਾ ਜੀ ਲੈ ਕੇ ਆਏ ਸੀ ਅਨੰਦਪੁਰ ਸਾਹਿਬ, ਠੀਕ ਹੈ। ਤੇ ਜਿੱਥੇ ਇਹਨਾਂ ਦੇ ਸੀਸ ਦਾ ਸੰਸਕਾਰ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤਾ ਗਿਆ, ਉੱਥੇ ਗੁਰਦੁਆਰਾ ਸੀਸਗੰਜ ਬਣਿਆ ਹੋਇਆ ਹੈ। ਇਹਨਾਂ ਦੇ ਉੱਤਰਾਧਿਕਾਰੀ ਬਣੇ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਹੜੇ ਕਿ ਸਿੱਖਾਂ ਦੇ 10ਵੇਂ ਗੁਰੂ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ, ਕਿਸੇ ਬੁੱਕ ਦੇ ਵਿੱਚ ਵੈਸੇ 29 ਦਸੰਬਰ ਵੀ ਲਿਖਿਆ ਹੋਇਆ, ਠੀਕ ਹੈ। 22 ਦਸੰਬਰ 1616 ਈਸਵੀ ਦੇ ਵਿੱਚ ਹੋਇਆ ਸੀ। ਤੇ ਇਹਨਾਂ ਨੇ ਇਹ 9 ਸਾਲ ਦੇ ਸੀ ਜਦੋਂ ਗੱਦੀ ਤੇ ਬੈਠੇ ਸੀ, ਠੀਕ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਇਹਨਾਂ ਦੇ ਨਾਲ ਰਿਲੇਟਿਡ ਤੁਸੀਂ ਯਾਦ ਰੱਖਣਾ, ਇਹਨਾਂ ਦਾ ਜਨਮ ਵੈਸੇ ਪਟਨਾ ਵਿਖੇ ਹੋਇਆ ਸੀ। ਇਹਨਾਂ ਦੀ ਮਾਤਾ ਦਾ ਨਾਮ ਸੀ ਮਾਤਾ ਗੁਜਰੀ, ਇਹਨਾਂ ਦੇ ਪਿਤਾ ਦਾ ਨਾਮ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ, ਇਹਨਾਂ ਦੀ ਪਤਨੀ ਦਾ ਨਾਮ ਸੀ ਜੀਤੋ ਜੀ। ਕਿਸੇ ਬੁੱਕ 'ਚ ਤੁਹਾਨੂੰ ਸੁੰਦਰੀ ਜੀ ਲਿਖਿਆ ਮਿਲੇਗਾ, ਕਿਸੇ ਬੁੱਕ ਦੇ ਵਿੱਚ ਤੁਹਾਨੂੰ ਸਾਹਿਬ ਦੀਵਾਨ ਲਿਖਿਆ ਮਿਲੇਗਾ, ਠੀਕ ਹੈ। ਇਹਨਾਂ ਦੇ ਸਪੁੱਤਰ ਸੀ ਸਾਹਿਬਜ਼ਾਦਾ ਜੁਝਾਰ ਸਿੰਘ, ਇਹਨਾਂ ਦੇ ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ। ਇਹਨਾਂ ਦਾ ਗੁਰਗੱਦੀ ਸਮਾਂ ਸੀ 1675 ਤੋਂ 1608 ਈਸਵੀ। ਇਹਨਾਂ ਨੇ ਪਾਉਂਟਾ ਸਾਹਿਬ ਦੀ ਸਥਾਪਨਾ ਕੀਤੀ ਸੀ। ਇਹਨਾਂ ਨੇ ਰਚਨਾਵਾਂ ਕੀਤੀਆਂ ਸੀ ਦਸਮ ਗ੍ਰੰਥ, ਬਾਰ ਸ਼੍ਰੀ ਭਗਵਤੀ ਜੀ ਕੀ, ਬਚਿੱਤਰ ਨਾਟਕ ਦੀ, ਅਕਾਲ ਉਸਤਤ ਦੀ, ਚੰਡੀ ਦੀ ਵਾਰ ਦੀ, ਜਾਪ ਸਾਹਿਬ, ਚੰਡੀ ਚਰਿੱਤਰ, ਗਿਆਨ ਪ੍ਰਬੋਧ, 24 ਅਵਤਾਰ, ਖਾਲਸੇ ਦੀ ਮਹਿਮਾ, ਸਵੈ ਅਤੇ ਜਫਰਨਾਮਾ। ਇਹਨਾਂ ਨੇ ਮਸੰਦ ਪ੍ਰਥਾ ਨੂੰ ਖਤਮ ਕੀਤਾ। ਤੇ ਇਹਨਾਂ ਦੇ ਜਿਹੜੇ ਸਿੱਖੀ ਦੇ ਵਿੱਚ ਇਹਨਾਂ ਨੇ ਤਬਦੀਲ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ, ਮਾਧੋ ਦਾਸ ਵੈਰਾਗੀ ਨੂੰ। ਇਹਨਾਂ ਦੇ ਸਮੇਂ ਮੁਗਲ ਬਾਦਸ਼ਾਹ ਸੀ ਔਰੰਗਜ਼ੇਬ ਅਤੇ ਬਹਾਦਰ ਸ਼ਾਹ। ਇਹਨਾਂ ਦੇ ਉੱਤਰਾਧਿਕਾਰੀ ਬਣੇ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ, ਠੀਕ ਹੈ। ਤੇ ਇਹਨਾਂ ਦੇ ਜੋਤੀ ਜੋਤ ਸਮਾਗਮ ਕਿੱਥੇ ਸਮਾਏ ਸੀ 1708 ਈਸਵੀ ਦੇ ਵਿੱਚ ਨੰਦੇੜ ਵਿਖੇ। ਨੰਦੇੜ ਕਿੱਥੇ ਆ? ਮਹਾਰਾਸ਼ਟਰ ਦੇ ਵਿੱਚ ਪੈਂਦਾ ਵਾ, ਠੀਕ ਹੈ। ਤੇ ਇਸ ਤੋਂ ਇਲਾਵਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਆ ਜਿਹੜੇ, ਇਹ 5 ਪਿਆਰਿਆਂ ਦੇ ਨਾਮ ਕੀ ਆ, ਇਹਨਾਂ ਨੂੰ ਅੰਮ੍ਰਿਤ ਛਕਾਇਆ ਸੀ। ਭਾਈ ਦਇਆ ਰਾਮ ਜੀ, ਠੀਕ ਹੈ, ਭਾਈ ਦਇਆ ਸਿੰਘ ਵੀ ਬੋਲ ਦਿੰਦੇ ਇਹਨਾਂ ਨੂੰ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ। ਤੁਸੀਂ ਯਾਦ ਰੱਖਣਾ ਕਿ ਸਭ ਤੋਂ ਪਹਿਲੇ ਪਿਆਰੇ ਕੌਣ ਬਣੇ ਸੀ? ਭਾਈ ਦਇਆ ਸਿੰਘ, ਫਿਰ ਭਾਈ ਧਰਮ ਸਿੰਘ, ਫਿਰ ਭਾਈ ਮੋਹਕਮ ਸਿੰਘ, ਫਿਰ ਭਾਈ ਸਾਹਿਬ ਸਿੰਘ, ਫਿਰ ਭਾਈ ਹਿੰਮਤ ਸਿੰਘ, ਠੀਕ ਹੈ। ਇਹਨਾਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੇ ਸਿੰਘ ਬਣਾਇਆ ਸੀ। ਇਹਨਾਂ ਦੇ ਨਾਮ ਦੇ ਮਗਰ ਸਿੰਘ ਲਗਾ ਦਿੱਤਾ ਗਿਆ ਸੀ, ਠੀਕ ਹੈ ਜੀ। ਇਸ ਤੋਂ ਬਾਅਦ ਇਹਨਾਂ ਦੇ ਮਤਲਬ ਕਿ ਆਪਾਂ ਕਹਿ ਸਕਦੇ ਉੱਤਰਾਧਿਕਾਰੀ ਤਾਂ ਬਣੇ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਿਹਨਾਂ ਨੇ ਕੀਤੀ ਸੀ, ਜਾਂ ਆਪਾਂ ਕਹਿ ਸਕਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਚਿਆ ਕਿਹਨਾਂ ਨੇ ਸੀਗਾ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 1604 ਈਸਵੀ ਦੇ ਵਿੱਚ ਇਹਨਾਂ ਦਾ ਸੰਕਲਨ ਕਰਵਾਇਆ ਸੀਗਾ ਸਾਡੇ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਤੇ ਸਭ ਤੋਂ ਪਹਿਲੇ ਜੋ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੀ ਉਹ ਕਿੱਥੇ ਸਥਾਪਿਤ ਕੀਤੇ ਗਏ ਸੀ? ਹਰਿਮੰਦਰ ਸਾਹਿਬ ਦੇ ਵਿੱਚ। ਇਹਨਾਂ ਦੇ ਸਭ ਤੋਂ ਪਹਿਲਾਂ ਜੋ ਆਪਾਂ ਕਹਿ ਸਕਦੇ ਹਾਂ ਪਾਠੀ ਬਣੇ ਸੀਗੇ, ਗ੍ਰੰਥੀ ਬਣੇ ਸੀ, ਉਹ ਬਣੇ ਸੀ ਬਾਬਾ ਬੁੱਢਾ ਜੀ, ਠੀਕ ਹੈ ਜੀ। ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੀਆਂ ਬਾਣੀਆਂ ਦਰਜ ਆ? ਪਹਿਲੇ 5 ਗੁਰੂ ਸਾਹਿਬਾਨ ਦੀਆਂ ਬਾਣੀਆਂ ਦਰਜ ਆ, ਠੀਕ ਹੈ। ਇਸ ਤੋਂ ਇਲਾਵਾ ਇੱਕ 9ਵੇਂ ਗੁਰੂ ਜੀ ਦੀ ਬਾਣੀ ਦਰਜ ਆ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂਆਂ ਦੀਆਂ ਬਾਣੀਆਂ ਦਰਜ ਆ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਹੁਣ ਅਸੀਂ ਗੱਲ ਕਰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ 27 ਅਕਤੂਬਰ 1716 ਈਸਵੀ 'ਚ ਹੋਇਆ। ਤੇ 1708 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਸੀਗੇ। ਕਿੱਥੇ ਮਿਲੇ ਸੀ? ਨੰਦੇੜ ਵਿਖੇ ਹੀ ਮਿਲੇ ਸੀ, ਠੀਕ ਹੈ ਜੀ। ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਅਸੀਂ ਰਿਲੇਟਿਡ ਇੰਪੋਰਟੈਂਟ ਐਕਸਟਰਾ MCQ ਕਰਾਂਗੇ, ਜਿਹਦੇ ਵਿੱਚ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਕਰਵਾਵਾਂਗੀ, ਠੀਕ ਹੈ। ਫਿਰ ਉਸ ਤੋਂ ਬਾਅਦ ਪੰਜਾਬ ਦੇ ਮੁਗਲ ਸੂਬੇਦਾਰ ਬਣੇ ਸੀਗੇ। ਆਪਾਂ ਕਹਿ ਸਕਦੇ ਹਾਂ ਇਹਨਾਂ ਦੇ ਵਿੱਚੋਂ ਦੇਖੋ, ਇਹਨਾਂ ਤੋਂ ਬਾਅਦ ਨਾ ਸਿੱਖ ਮਿਸਲਾਂ ਆ ਗਈਆਂ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਸੀਗੇ, ਠੀਕ ਹੈ, ਜਿਨ੍ਹਾਂ ਨੂੰ ਸ਼ੇਰੇ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹ ਮੁਗਲ ਸੂਬੇਦਾਰ ਬਾਰੇ ਆ ਗਿਆ ਕੁਝ ਮੁਗਲ। ਤੇ ਇਸ ਤੋਂ ਸਿੱਖ ਮਿਸਲਾਂ ਵੀ ਆ ਗਈਆਂ ਤੁਹਾਡੇ ਸਾਹਮਣੇ। ਮਿਸਲਾਂ ਦੀ ਗਿਣਤੀ ਆ ਗਈ ਆ, ਦੇਖ ਸਕਦੇ ਹੋ ਤੁਸੀਂ। ਮਿਸਲਾਂ ਕਿੰਨੀਆਂ ਸੀਗੀਆਂ? ਫੈਜ਼ਲਪੁਰੀਆ, ਭੰਗੀ ਮਿਸਲ, ਆਹਲੂਵਾਲੀਆ, ਰਾਮਗੜੀਆ, ਸ਼ੁਕਰਚੱਕੀਆ, ਕਨ੍ਹਈਆ ਮਿਸ਼ਨ, ਫੂਲਕੀਆ, ਡੱਲੇਵਾਲੀਆ, ਕਰੋੜ ਸਿੰਘੀਆ, ਨਕਈ, ਸ਼ਹੀਦ, ਨਿਸ਼ਾਨ ਵਾਲੀਆਂ, ਠੀਕ ਹੈ। 12 ਮਿਸਲਾਂ ਸੀਗੀਆਂ। ਫਿਰ ਮਹਾਰਾਜਾ ਰਣਜੀਤ ਸਿੰਘ ਜੀ ਆਏ ਸੀ। ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ ਨੇ ਕਾਫੀ ਹੀ ਮੁਗਲਾਂ ਨਾਲ ਲੜਾਈਆਂ ਲੜੀਆਂ, ਠੀਕ ਹੈ। ਤੇ ਉਸ ਤੋਂ ਬਾਅਦ
ਸੰਧੀਆਂ ਆਈਆਂ, ਠੀਕ ਹੈ। ਫਿਰ ਪ੍ਰਸ਼ਾਸਨ ਆਇਆ, ਫਿਰ ਲਗਾਨ ਪ੍ਰਬੰਧ ਆ ਗਏ ਸੀ, ਕਰ ਵੀ ਜਿਹਨੂੰ ਬੋਲ ਦਿੰਦੇ ਆ ਵਿੱਚ ਵਿੱਚ, ਠੀਕ ਹੈ। ਫਿਰ ਪੁਰਤਗਾਲੀ ਆਏ, ਫਿਰ ਡੱਚ ਆਏ, ਫਿਰ ਅੰਗਰੇਜ਼ ਆ ਗਏ ਸੀ, ਫਿਰ ਫਰਾਂਸੀਸੀ ਆਏ, ਫਿਰ ਅੰਗਰੇਜ਼ ਅਤੇ ਫਰਾਂਸੀਸੀਆਂ ਵਿਚਕਾਰ ਸੰਘਰਸ਼ ਸ਼ੁਰੂ ਹੋਏ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਕਰਨਾਟਕ ਦਾ ਯੁੱਧ ਹੋਇਆ, ਫਿਰ ਕਰਨਾਟਕ ਦਾ ਦੂਜਾ ਯੁੱਧ, ਫਿਰ ਤੀਜਾ, ਫਿਰ ਪਲਾਸੀ ਦੀ ਲੜਾਈ ਹੋਈ, ਉਸ ਤੋਂ ਬਾਅਦ ਬਕਸਰ ਦੀ ਲੜਾਈ ਹੋਈ, ਫਿਰ ਬੰਗਾਲ ਦੀ ਦੋਹਰੀ ਸ਼ਾਸਨ ਪ੍ਰਣਾਲੀ ਆਈ, ਫਿਰ ਲਾਰਡ ਵੈਲਚਲੀ ਦਾ ਸਮਾਂ ਆਇਆ, ਠੀਕ ਹੈ। ਫਿਰ ਲਾਰਡ ਹੈਸਟਿੰਗਸ ਆਏ, ਫਿਰ ਲਾਰਡ ਡਲਹੌਜੀ ਆਏ, ਉਸ ਤੋਂ ਬਾਅਦ ਲੈਪਸ ਦੀ ਨੀਤੀ ਵੀ ਇਹਨਾਂ ਦੇ ਸਮੇਂ ਆਈ ਸੀ। ਫਿਰ 1857 ਈਸਵੀ ਦਾ ਵਿਦਰੋਹ ਆਇਆ, ਠੀਕ ਹੈ, ਜਿਹੜਾ ਕਿ ਸਾਡਾ ਪਹਿਲਾ ਮਤਲਬ ਕਿ ਸਿੱਖ ਇਤਿਹਾਸ ਨਹੀਂ ਇਹ ਨਹੀਂ ਕਹਿ ਸਕਦੇ ਆਪਾਂ। 1857 ਈਸਵੀ ਦਾ ਵਿਦਰੋਹ ਆ ਜਿਹੜਾ 29 ਮਾਰਚ 1857 ਈਸਵੀ ਨੂੰ ਭਾਰਤ ਦੇ ਵਿੱਚ ਇੱਕ ਵਿਦਰੋਹ ਸ਼ੁਰੂ ਹੋਇਆ ਸੀ, ਠੀਕ ਹੈ ਜੀ। ਉਸ ਤੋਂ ਬਾਅਦ 1857 ਦੇ ਵਿਦਰੋਹ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਫਿਰ ਵਿਵਸਥਾਵਾਂ ਸ਼ੁਰੂ ਹੋ ਗਈਆਂ ਸੀਗੀਆਂ। ਫਿਰ ਅੰਗਰੇਜ਼ ਸਾਮਰਾਜ ਆ ਗਿਆ ਸੀ, ਠੀਕ ਹੈ, ਜਿਨ੍ਹਾਂ ਨੇ ਆਵਾਜਾਈ ਅਤੇ ਸੰਚਾਰ ਦਾ ਵਿਕਾਸ ਕੀਤਾ, ਸਮਾਜਿਕ ਕਾਨੂੰਨ ਉਦਯੋਗ ਦਾ ਵਿਕਾਸ ਕੀਤਾ, ਫਿਰ ਲਗਾਨ ਵਿਵਸਥਾ ਸ਼ੁਰੂ ਕੀਤੀ, ਸਿੱਖਿਆ ਦਾ ਵਿਕਾਸ ਕੀਤਾ ਅੰਗਰੇਜ਼ਾਂ ਨੇ। ਉਸ ਤੋਂ ਬਾਅਦ ਸਿੱਖਿਆ ਅਤੇ ਭਾਰਤੀ ਸੁਧਾਰ ਕੀਤੇ ਇਹਨਾਂ ਨੇ। ਫਿਰ ਇਹਨਾਂ ਨੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹਾਂ ਬਦੌੜਾ ਵਿਸ਼ਵ ਵਿਦਿਆਲਿਆ ਬਣਿਆ। ਫਿਰ ਸਰ ਸੈਯਦ ਅਹਿਮਦ ਖਾਂ ਅਤੇ ਅਲੀਗੜ੍ਹ ਅੰਦੋਲਨ ਚੱਲਿਆ। ਫਿਰ ਅਲੀਗੜ੍ਹ ਵਿਸ਼ਵ ਵਿਦਿਆਲਾ, ਫਿਰ ਜਾਤੀ ਪ੍ਰਥਾ ਨੂੰ ਚੁਣੌਤੀ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪ੍ਰੈਸ ਦਾ ਵਿਕਾਸ ਹੋਇਆ, ਠੀਕ ਹੈ। ਫਿਰ ਵਿਸ਼ਾ ਅਧਿਐਨ ਮੁੰਬਈ ਅਤੇ ਚੇਨਈ। ਫਿਰ ਉਸ ਤੋਂ ਬਾਅਦ ਮਤਲਬ ਇਹਦੇ ਵਿੱਚ ਤੁਸੀਂ ਅਲੱਗ-ਅਲੱਗ ਦੇਖ ਸਕਦੇ ਹੋ ਗੇਟਵੇ ਆਫ ਇੰਡੀਆ, ਵਿਕਟੋਰੀਆ ਟਰਮੀਨਲਸ, ਚੇਨਈ, ਇਸ ਤਰ੍ਹਾਂ ਹੀ ਤੁਸੀਂ ਦੇਖ ਸਕਦੇ ਹੋ। ਫਿਰ ਧਾਰਮਿਕ ਲਹਿਰਾਂ ਆ ਗਈਆਂ ਸੀ, ਫਿਰ ਪੰਜਾਬ ਤੋਂ ਬਾਹਰ ਦੀਆਂ ਲਹਿਰਾਂ ਆਈਆਂ, ਠੀਕ ਹੈ। ਉਸ ਆਰੀਆ ਸਮਾਜ ਦੇ ਬਾਰੇ ਦੱਸਿਆ ਹੋਇਆ ਵਾ, ਰਾਮਾ ਕ੍ਰਿਸ਼ਨ ਮਿਸ਼ਨ। ਫਿਰ ਪੰਜਾਬ ਦੀਆਂ ਲਹਿਰਾਂ ਬਾਰੇ ਦੱਸਿਆ ਵੀ ਕਿਹੜੀ ਕਿਹੜੀ ਪੰਜਾਬ ਦੀ ਲਹਿਰ ਸੀ, ਨਿਰੰਕਾਰੀ ਲਹਿਰ, ਰਾਮਧਾਰੀ ਲਹਿਰ, ਠੀਕ ਹੈ, ਸਿੰਘ ਸਭਾ ਲਹਿਰ ਆਈ। ਫਿਰ ਰਾਸ਼ਟਰੀ ਅੰਦੋਲਨ ਆਏ, ਫਿਰ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਆਈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਮੈਂ ਜਿਹੜੀ ਥਿਊਰੀ ਆ ਤੁਹਾਨੂੰ ਡਿਟੇਲ ਦੇ ਵਿੱਚ ਕਰਵਾਵਾਂ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ, ਮੈਂ ਜ਼ਰੂਰ ਕਰਵਾਵਾਂਗੀ, ਠੀਕ ਹੈ। ਪਰ ਜੇਕਰ ਤੁਸੀਂ ਕਹਿੰਦੇ ਹੋ ਨਹੀਂ MCQ ਹੀ ਕਰਵਾਵਾਂ ਨਾਲ ਰਿਲੇਟਿਡ ਉਹਦੇ ਵਿੱਚ ਹੀ ਐਕਸਟਰਾ ਫੈਕਟ ਦੱਸਾਂ ਤਾਂ ਅਸੀਂ MCQ ਹੀ ਕਰਾਂਗੇ, ਠੀਕ ਹੈ। ਜਿਵੇਂ ਤੁਸੀਂ ਕਹੋਗੇ ਅਸੀਂ ਉਸੇ ਤਰ੍ਹਾਂ ਕਰ ਲਵਾਂਗੇ। ਫਿਰ ਗਦਰ ਪਾਰਟੀ ਆਈ, ਫਿਰ ਹੋਮ ਰੂਲ ਅੰਦੋਲਨ ਚੱਲਿਆ, ਫਿਰ ਲਖਨਊ ਪੈਕੇਟ, ਫਿਰ ਮੰਗੇਟੂ ਚੈਮਰਫੋਰਡ ਐਕਟ ਆਇਆ, ਫਿਰ ਰੋਲਟ ਐਕਟ ਆਇਆ, ਠੀਕ ਹੈ। ਫਿਰ ਮਹਾਤਮਾ ਗਾਂਧੀ ਯੁੱਗ ਆਇਆ, ਭਾਰਤੀ ਸੁਤੰਤਰਤਾ ਲਈ ਸੰਘਰਸ਼ ਆ ਜਿਹੜਾ ਮਹਾਤਮਾ ਗਾਂਧੀ ਯੁੱਗ। ਫਿਰ ਜ਼ਿਲ੍ਹਿਆਂਵਾਲੇ ਬਾਗ ਦਾ ਕਤਲੇਆਮ ਹੋਇਆ। ਫਿਰ ਖਿਲਾਫਤ ਲਹਿਰ ਆਈ। ਉਸ ਤੋਂ ਬਾਅਦ ਨਾ ਮਿਲਵਰਤਨ ਅੰਦੋਲਨ ਚਲਾਇਆ, ਫਿਰ ਅੰਦੋਲਨ ਦਾ ਕਾਰਜਕ੍ਰਮ, ਫਿਰ ਸਵਰਾਜ ਪਾਰਟੀ, ਠੀਕ ਹੈ। ਫਿਰ ਗੁਰਦੁਆਰਾ ਸੁਧਾਰਕ ਲਹਿਰ, ਅਕਾਲੀ ਲਹਿਰ ਆਈ। ਫਿਰ ਉਸ ਤੋਂ ਬਾਅਦ ਗੁਰਦੁਆਰਾ ਐਕਟ, ਫਿਰ ਕ੍ਰਾਂਤੀਕਾਰੀ ਲਹਿਰਾਂ ਆਈਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਫਿਰ ਸਾਈਮਨ ਕਮਿਸ਼ਨ, ਫਿਰ ਪੂਰਨ ਸਵਰਾਜ ਦੀ ਮੰਗ, ਸਿਵਲ ਨਾਫਰਮਾਨੀ ਅੰਦੋਲਨ, ਗੋਲਮੇਜ਼ ਕਾਨਫਰੰਸ, ਗਾਂਧੀ ਇਰਵਿਨ ਸਮਝੌਤਾ, ਗੋਲਮੇਜ਼ ਕਾਨਫਰੰਸ ਹੋਈ। ਉਸ ਤੋਂ ਬਾਅਦ ਕਾਂਗਰਸ ਦੇ ਮੰਤਰੀ ਮੰਡਲਾਂ ਦੀ ਸਥਾਪਨਾ ਹੋਈ। ਫਿਰ ਦੂਜਾ ਵਿਸ਼ਵ ਯੁੱਧ ਹੋਇਆ। ਫਿਰ ਕ੍ਰਿਪਸ ਮਿਸ਼ਨ ਆਇਆ। ਫਿਰ ਆਜ਼ਾਦ ਹਿੰਦ ਫੌਜ, ਫਿਰ ਇੰਗਲੈਂਡ 'ਚ ਲੇਬਰ ਪਾਰਟੀ ਦੀ ਸਰਕਾਰ, ਫਿਰ ਆਜ਼ਾਦ ਹਿੰਦ ਫੌਜ ਦੇ ਸੈਨਿਕਾਂ ਦਾ ਮੁਕੱਦਮਾ ਚੱਲਿਆ। ਫਿਰ ਰਾਇਲ ਇੰਡੀਆ ਨੇਵੀ ਦਾ ਵਿਦਰੋਹ ਹੋਇਆ। ਫਿਰ ਕੈਬਨਿਟ ਮਿਸ਼ਨ ਯੋਜਨਾ ਆਈ ਜਿਸ ਦੇ ਵਿੱਚ ਸਾਡਾ ਸੰਵਿਧਾਨ ਲਿਖਿਆ ਗਿਆ, ਜਿਸ ਦੇ ਤਹਿਤ ਫਿਰ ਮੁਸਲਿਮ ਲੀਗ ਦੀ ਕਾਰਵਾਈ, ਫਿਰ ਅੰਤਿਮ ਸਰਕਾਰ ਦੀ ਅਸਫਲਤਾ, ਫਿਰ ਇਟਲੀ ਦਾ ਐਲਾਨ, ਫਿਰ ਮਾਊਂਟ ਬੈਟਨ ਯੋਜਨਾ। ਫਿਰ 1947 'ਚ ਭਾਰਤੀ ਸੁਤੰਤਰਤਾ ਐਕਟ ਸ਼ੁਰੂ ਹੋਇਆ। ਫਿਰ ਸੁਤੰਤਰਤਾ ਤੋਂ ਬਾਅਦ ਭਾਰਤ ਆ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਕਿਵੇਂ ਕਿਹੜੇ ਭਾਰਤ ਦੇ ਰਾਜ ਬਣੇ, ਠੀਕ ਹੈ, ਕਿਹੜੀਆਂ ਕਮੇਟੀਆਂ ਬਣੀਆਂ। ਸੰਵਿਧਾਨ ਬਣਾਉਣ ਲਈ 7 ਮੈਂਬਰੀ ਕਮੇਟੀ ਬਣਾਈ ਗਈ ਸੀ। ਇਹਦੇ ਬਾਰੇ ਅਸੀਂ ਸੰਵਿਧਾਨ ਦੇ ਵਿੱਚ ਹੀ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਕਰਾ ਦੇਵਾਂਗੀ। ਪੰਚਸ਼ੀਲ ਦਾ ਸਿਧਾਂਤ ਆਇਆ, ਉਹਨਾਂ ਤੋਂ ਮਗਰੋਂ ਆਇਆ ਸਾਡੇ ਕੋਲ ਜੀ ਹੁਣ ਸਾਡਾ ਜੋ ਪੰਜਾਬ ਆ ਤੁਹਾਡੇ ਸਾਹਮਣੇ ਆ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਵੈਸੇ ਆਪਰੇਸ਼ਨ ਬਲੂ ਸਟਾਰ ਵੀ ਹੋਇਆ, ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਜੇਕਰ ਤੁਸੀਂ ਇਕੱਲਾ ਟੌਪਿਕ ਵਾਈਜ਼ ਚਾਹੁੰਦੇ ਹੋ, ਜਿਵੇਂ ਕਿ ਆਪਾਂ ਰੋਲਟ ਐਕਟ ਬਾਰੇ ਕੀਤਾ ਸੀ, ਠੀਕ ਹੈ, ਕਿ ਉਹ ਮੈਂ ਡਿਟੇਲ ਦੇ ਵਿੱਚ ਹੀ ਤੁਹਾਨੂੰ ਇਹ ਕਰਵਾਵਾਂ ਤਾਂ ਜਾਂ MCQ ਦੇ ਵਿੱਚ ਕਰਵਾਵਾਂ, ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਅਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ।